ਇਹ ਤਸਵੀਰ ਉਸ ਸੂਰਮੇ ਦੀ ਹੈ, ਉਸ ਯੋਧੇ ਦੀ ਹੈ ਜਿਸ ਦੀ ਬਦੌਲਤ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਸੇਫ ਬੈਠੇ ਹਾਂ। ਸ਼ਹੀਦ ਦਲਜੀਤ ਸਿੰਘ ਕਾਰਗਿਲ ਦਾ ਉਹ ਯੋਧਾ ਜਿਸ ਨੇ ਦੁਸ਼ਮਣਾਂ ਦੇ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਤਾ। 23 ਸਾਲ ਬੀਤ ਚੁੱਕੇ ਨੇ ਪਰ ਪਰਿਵਾਰਾਂ ਦੇ ਜ਼ਖਮ ਅਜੇ ਵੀ ਹੱਲੇ ਨੇ। ਬਹੁਤ ਸਾਰੇ ਸਵਾਲ ਇਸ ਕਰਕੇ ਵੀ ਉੱਠਦੇ ਨੇ ਕਿਉਂਕਿ ਨਾ ਪਰਿਵਾਰਾਂ ਨੇ ਆਪਣੇ ਪੁੱਤ ਦੇਸ਼ ਤੇ ਕੌਮ ਦੇ ਖਾਤਰ ਵਾਰੇ, ਪਰ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਅਜੇ ਤੱਕ ਕੋਈ ਵੀ ਸਰਕਾਰ ਅੱਗੇ ਨਹੀਂ ਆਈ। ਮੇਰਾ ਪੁੱਤ ਬਹੁਤ ਹੁਸ਼ਿਆਰ ਸੀਗਾ, ਬਹੁਤ ਉਹਦੇ ਵਰਗਾ ਸੂਰਮਾ ਮੈਂ ਨਹੀਂ ਦੇਖਿਆ। 15/10/1973 ਦਾ ਜਨਮਿਆ ਦਾ ਤੇ 93 ਚ ਉਹ ਭਰਤੀ ਹੋਏ ਆ। ਜੁਲਾਈ ਦੇ ਵਿੱਚ ਚਲੇ ਗਏ ਉਹ ਘਰੋਂ। ਪਹਿਲਾਂ ਇੱਥੇ ਜਦੋਂ ਭਰਤੀ ਹੋਇਆ ਤੇ ਉਹਨਾਂ ਨੇ ਪਹਿਲੀ ਵਾਰੀ ਗਿਆ ਤੇ ਉਹਨਾਂ ਨੇ ਕੱਢ ਦਿੱਤਾ ਵੀ ਤੁਹਾਡਾ ਦਿਲ ਥੋੜਾ ਜਿਹਾ ਧੜਕਦਾ ਆ ਵੀ ਅਸੀਂ ਨਹੀਂ ਰੱਖਣਾ। ਕਦੋਂ ਫਿਰ ਆਖਰੀ ਵਾਰ ਕਦੋਂ ਮੁਲਾਕਾਤ ਹੁੰਦੀ ਹੈ, ਕਦੋਂ ਛੁੱਟੀ ਆਉਂਦੇ ਨੇ ਫਿਰ ਜਦੋਂ ਕਾਰਗਿਲ ਦੀ ਜੰਗ? ਗੁੱਡੀ ਨੂੰ ਦੇਖਣ ਆਇਆ ਸੀ ਤੇ ਮੈਂ ਕਿਹਾ ਪੁੱਤਰਾ ਗੁੱਡੀ ਆ ਗਈ। ਕਹਿੰਦਾ ਸਾਡੀਆਂ ਭੈਣਾਂ ਨੇ ਸੀ, ਇਹਨੂੰ ਆਪਣੀ ਧੀ ਵੀ ਸਮਝੀ, ਮੈਨੂੰ ਬਹੁਤ ਪਿਆਰ ਕਰਦੀ ਕੁੜੀ। ਨਹੀਂ 2 ਵਾਰੀ ਆਇਆ, ਇੱਕ ਵਾਰੀ ਆਇਆ ਇੱਦਾਂ ਤੇ ਦੂਜੀ ਵਾਰੀ ਜਦੋਂ ਕਾਰਗਿਲ ਜੰਗ ਲੱਗੀ ਸੀ ਉਧਰ ਤੇ ਕਹਿੰਦਾ ਮੇਰਾ ਮਨ ਨਹੀਂ ਕਰਦਾ, ਜਿੱਦਾਂ ਉਹਦਾ ਜਾਣ ਨੂੰ ਜੀ ਨਹੀਂ ਕਰਦਾ। ਪਹਿਲੇ ਦਿਨ ਸਟੇਸ਼ਨ ਤੋਂ ਮੁੜਿਆ ਆ, ਦੂਜੇ ਦਿਨ ਫਿਰ ਨਾ ਇਹਦੇ ਕਹਿੰਦਾ ਚੰਗਾ ਫਿਰ ਮਾਤਾ ਜੀ ਮੈਂ ਚੱਲਿਆ। ਮੈਂ ਕਿਹਾ ਰਜਿੰਦਰ ਕੌਰ ਮੇਰੇ ਕੱਪੜੇ ਦੇ, ਮੈਂ ਜਦੋਂ ਆਉਂਦਾ ਵੀ ਪੁੱਤ ਉਦੋਂ ਵੀ ਲੈਣ ਜਾਂਦੀ ਹਾਂ, ਜਦੋਂ ਜਾਂਦਾ ਉਦੋਂ ਵੀ ਛੱਡਣ ਜਾਂਦੀ ਹਾਂ। ਫਿਰ ਮੈਂ ਸਟੇਸ਼ਨ ਤਾਈਂ ਗਈ, ਕਹਿੰਦਾ ਤੁਸੀਂ ਕਾਹਤੇ ਆਏ? ਮੈਂ ਪੁੱਤ ਅੱਗੇ ਵੀ ਆਉਣੀ ਆ। ਫਿਰ ਜਦੋਂ ਸਟੇਸ਼ਨ ਤਾਈਂ ਗਈ ਉੱਥੇ ਮੈਨੂੰ ਕਹਿੰਦਾ ਗੱਡੀ ਖਰੇ ਅੱਜ ਵੀ ਨਹੀਂ ਆਉਣੀ। ਮੈਂ ਕਿਹਾ ਆਦੇ ਤਾਂ ਪੁੱਤ ਜੰਮੂ ਤੋਂ ਵੀ ਲਿਖਿਆ ਗੱਡੀ ਤੇਰੀ ਆ ਗਈ। ਪਰ ਬਸ ਉਹਦੇ 'ਚ ਬਹਿ ਗਿਆ, ਬਹੁਤ ਦੂਰ ਤਾਈਂ ਅੱਧਾ ਲੰਮਕ ਗਏ ਤਾਂ ਮੇਰੇ ਨਾਲ ਇੱਦਾਂ ਘਰ ਦਾ ਚਲੇ ਗਿਆ। ਤੇ ਫਿਰ ਕਿਵੇਂ ਖਬਰ ਆਉਂਦੀ ਹੈ ਤੁਹਾਡੇ ਕੋਲ, ਕਿਵੇਂ ਫੋਨ ਆਉਂਦਾ? ਤੁਸੀਂ ਵੀ ਦੱਸ ਦਿਓ ਵੀ ਮੈਨੂੰ ਥੋੜਾ ਚਿੰਤਾ ਹੁੰਦੀ ਸੀਗੀ, ਮੈਂ ਗੁਰਦੁਆਰਾ ਸਾਹਿਬ ਗਈ, ਮੈਨੂੰ ਉੱਥੇ ਵੀ ਇੱਦਾਂ। ਹਾਂਜੀ ਮੈਨੂੰ ਉਹਦੇ ਸ਼ਹੀਦੀ ਦੇ ਖੌਫ ਪਹਿਲਾਂ ਹੀ ਆਉਂਦੇ ਸੀ। ਬਾਬਾ ਮਾਨ ਸਿੰਘ ਦਾ ਪ੍ਰੋਗਰਾਮ ਸੀ, ਉਹਨਾਂ ਨੇ ਬਹੁਤ ਤਕੜਾ ਪ੍ਰੋਗਰਾਮ ਬਣਾਇਆ ਸੀ ਤੇ ਗੁਰਦੁਆਰੇ ਦੇ ਵਿੱਚ ਸਾਡੀ ਰਿਹਾਇਸ਼ ਸੀ। ਅਸੀਂ ਫਿਰ ਗੁਰਦੁਆਰੇ ਜਦੋਂ ਰਹੇ ਤਾਂ ਉੱਥੇ ਮੈਨੂੰ ਦਲਜੀਤ ਸਿੰਘ ਪਹਾੜੀ ਤੋਂ ਡਿੱਗਦਾ ਦਿਸਦਾ। ਫਿਰ ਮੈਂ ਨਾ ਸਾਰਿਆਂ ਤੋਂ ਪਰੇ ਜਾ ਕੇ ਆਪਣੇ ਮੂੰਹ ਤੇ ਚਪੇੜਾ ਵੀ ਮਾਰੀਆਂ। ਮੈਂ ਕਿਹਾ ਮਾਲਕਾ ਤੇਰੇ ਘਰ ਮੈਂ ਆਈ ਹਾਂ ਸੀਸਗੰਜ, ਇਹ ਮੈਨੂੰ ਕੀ ਦਿਸਦਾ। ਸਰਕਾਰ ਦੇ ਪੱਖ ਤੋਂ ਜਾਣੀਏ, ਪੁੱਤ ਨੇ ਕੁਰਬਾਨੀ ਦੇ ਦਿੱਤੀ, ਸਰਕਾਰ ਨੇ ਕਦੀ ਸਾਰ ਲਈ ਆ ਕੇ ਸ਼ਹੀਦ ਦੀ ਮਾਂ ਨੂੰ ਕਦੇ ਪੁੱਛਿਆ? ਨਹੀਂ ਜੀ ਬਿਲਕੁਲ ਨਹੀਂ, ਕੋਈ ਨਹੀਂ ਸਾਡੇ ਬੜਿਆ, ਨਾ ਕੋਈ ਆਉਂਦਾ। ਉਦੋਂ ਫੋਟੋ ਖਿਚਾਉਣ ਜਾਂ ਵਾਅਦੇ ਕਰਨ ਆ ਜਾਂਦੇ ਆ। ਕਾਰਗਿਲ ਦੇ ਜਿੰਨੇ ਸ਼ਹੀਦ ਵੀਰ ਸੀਗੇ ਉਹਨਾਂ ਸਾਰਿਆਂ ਨੂੰ, ਕਿਸੇ ਦੇ ਪਰਿਵਾਰ ਨੂੰ ਪੈਟਰੋਲ ਪੰਪ ਦਿੰਦੀ ਸੀਗੀ ਸਰਕਾਰ, ਕਿਸੇ ਨੂੰ ਗੈਸ ਏਜੰਸੀ ਦਿੰਦੀ ਸੀਗੀ, ਕੁਝ ਸਰਕਾਰ ਨੇ ਕੀਤਾ ਸੀ ਕੋਈ ਇੱਦਾਂ ਦਾ? ਨਾ ਜੀ ਸਾਡੇ ਲਈ ਕੁਝ ਨਹੀਂ ਕੀਤਾ। ਸਾਨੂੰ ਤਾਂ ਪਹਿਲਾਂ ਆਰਡਰ ਹੋਇਆ ਸੀਗਾ ਪੈਟਰੋਲ ਪੰਪ ਦਾ ਵੀ ਤਾਂ ਗੈਸ ਏਜੰਸੀ ਦਾ ਵੀ। ਚਲੋ ਅਸੀਂ ਗਰੀਬ ਵੀ ਸੀਗੇ, ਸਾਡੇ 'ਚ ਇੰਨੀ ਹਿੰਮਤ ਵੀ ਨਹੀਂ ਸੀ। ਜੇ ਅਸੀਂ ਕਹਿੰਦੇ ਸਾਨੂੰ ਲਾਇਸੈਂਸ ਦੇ ਦਿੰਦੇ, ਅਸੀਂ ਇਸ ਵੇਲੇ ਉਸੇ ਹੀ ਲਾਇਸੈਂਸ ਦੇ ਉੱਤੇ ਕੁਛ ਨਾ ਕੁਛ ਸਾਡੇ ਬੱਚੇ ਬਹਿ ਕੇ ਤੇ ਚਲੋ ਕਾਰੋਬਾਰ ਕਰਦੇ। ਤੇ ਸਭ ਝੂਠੇ ਵਾਅਦੇ ਸੀਗੇ। ਤੇ ਉਹਦੇ ਬਦੌਲਤ ਕਾਕੇ ਦੀ ਨੌਕਰੀ ਪੰਜਾਬ ਦੀ ਮਿਲਣੀ ਸੀਗੀ। ਇਹ ਡੀਸੀ ਦਫ਼ਤਰ ਨੌਕਰੀ ਕਰਨ ਗਿਆ। ਇਹਦੀ ਪਹਿਲਾਂ ਬਾਦਲ ਸਾਹਿਬ ਨੇ ਚਿੱਠੀ ਦੇ ਦਿੱਤੀ, ਫਿਰ ਬਾਦਲ ਸਾਹਿਬ ਮੁੱਕਰ ਗਏ। ਕਹਿੰਦੇ ਹੁਣ ਸ਼ਹੀਦ ਬਹੁਤ ਮੁੰਡੇ ਹੋਣ ਲੱਗ ਪਏ ਆ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਇਹ ਤਸਵੀਰ ਉਸ ਸੂਰਮੇ ਦੀ ਹੈ, ਉਸ ਯੋਧੇ ਦੀ ਹੈ ਜਿਸ ਦੀ ਬਦੌਲਤ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਸੇਫ ਬੈਠੇ ਹਾਂ ਤੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਕਾਰਗਿਲ ਵਿਜੇ ਦਿਵਸ ਵੀ ਮਨਾ ਰਹੇ ਹਾਂ। ਸ਼ਹੀਦ ਦਲਜੀਤ ਸਿੰਘ ਕਾਰਗਿਲ ਦਾ ਉਹ ਯੋਧਾ ਜਿਸ ਨੇ ਦੁਸ਼ਮਣਾਂ ਦੇ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਤਾ, ਪਰ ਉਸ ਜਿੱਤ ਦੇ ਵਿੱਚ ਆਪਣੀ ਬਲੀਦਾਨ ਦੇ ਕੇ ਉਸ ਜੰਗ ਨੂੰ ਜਿੱਤਿਆ। ਅੱਜ ਪਰਿਵਾਰ ਦੇ ਕੋਲ ਹੈ, 23 ਸਾਲ ਬੀਤ ਚੁੱਕੇ ਨੇ ਪਰ ਪਰਿਵਾਰਾਂ ਦੇ ਜ਼ਖਮ ਅਜੇ ਵੀ ਹੱਲੇ ਨੇ। ਬਹੁਤ ਸਾਰੇ ਸਵਾਲ ਇਸ ਕਰਕੇ ਵੀ ਉੱਠਦੇ ਨੇ ਕਿਉਂਕਿ ਨਾ ਪਰਿਵਾਰਾਂ ਨੇ ਆਪਣੇ ਪੁੱਤ ਦੇਸ਼ ਤੇ ਕੌਮ ਦੇ ਖਾਤਰ ਵਾਰੇ,
ਪਰ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਅੱਜ ਤੱਕ ਕੋਈ ਵੀ ਸਰਕਾਰ ਅੱਗੇ ਨਹੀਂ ਆਈ। ਸਾਡੇ ਨਾਲ ਸ਼ਹੀਦ ਦਲਜੀਤ ਸਿੰਘ ਹੋਰਾਂ ਦੇ ਮਾਤਾ ਜੀ ਨੇ ਸਾਰੀ ਕਹਾਣੀ ਅੱਜ ਇਹਨਾਂ ਦੇ ਜ਼ੁਬਾਨੀ ਜਾਣਾਂਗੇ ਕਿ ਦਲਜੀਤ ਸਿੰਘ ਕਦੋਂ ਘਰ ਤੋਂ ਜਾਂਦੇ ਨੇ, ਕਦੋਂ ਆਖਰੀ ਮੁਲਾਕਾਤ ਹੁੰਦੀ ਹੈ, ਔਰ ਉਸ ਆਖਰੀ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਾਂ ਹੁੰਦੀਆਂ ਨੇ, ਤੇ ਫਿਰ ਜਦੋਂ ਘਰ ਦੇ ਵਿੱਚ ਸ਼ਹਾਦਤ ਦੀ ਖਬਰ ਆਉਂਦੀ ਹੈ ਪੁੱਤ ਦੀ, ਤੇ ਮਾਹੌਲ ਕਿਸ ਤਰੀਕੇ ਦਾ ਹੁੰਦਾ ਹੈ। ਮਾਤਾ ਜੀ ਸਾਡੇ ਨਾਲ ਨੇ। ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਸਲੂਟ ਹੈ, ਸਲਾਮ ਹੈ, ਔਰ ਸਿਰ ਝੁਕਦਾ ਹੈ ਤੁਹਾਡੇ ਅੱਗੇ ਕਿ ਤੁਹਾਡੇ ਪੁੱਤ ਨੇ ਦੇਸ਼ ਦੇ ਲਈ, ਤੁਸੀਂ ਉਸ ਪੁੱਤ ਨੂੰ ਜਨਮ ਦਿੱਤਾ ਜਿਸ ਨੇ ਦੇਸ਼ ਦੇ ਲਈ ਬਲੀਦਾਨ ਦੇਣ ਲੱਗੇ ਇੱਕ ਵਾਰੀ ਵੀ ਆਪਣੇ ਪਰਿਵਾਰ ਤੱਕ ਦਾ ਨਹੀਂ ਸੋਚਿਆ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਦਲਜੀਤ ਸਿੰਘ ਜੀ ਕਦੋਂ ਭਰਤੀ ਹੁੰਦੇ ਨੇ, ਕਿਹੜੀ ਏਜ 'ਚ ਭਰਤੀ ਹੁੰਦੇ ਨੇ? 1973 10ਵੇਂ ਮਹੀਨੇ 'ਚ ਜਨਮ ਉਹਦਾ ਆ ਲਿਖਿਆ ਥੱਲੇ, 15/10/1973 ਦਾ ਜਨਮ ਹੈ ਉਹਦਾ, ਤੇ 93 'ਚ ਉਹ ਭਰਤੀ ਹੋਏ ਆ, ਜੁਲਾਈ ਦੇ ਵਿੱਚ ਚਲੇ ਗਏ ਉਹ ਘਰੋਂ। ਪਹਿਲਾਂ ਇੱਥੇ ਜਦੋਂ ਭਰਤੀ ਹੋਇਆ ਤੇ ਉਹਨਾਂ ਨੇ ਪਹਿਲੀ ਵਾਰੀ ਗਿਆ ਤੇ ਉਹਨਾਂ ਨੇ ਕੱਢ ਦਿੱਤਾ ਵੀ ਤੁਹਾਡਾ ਦਿਲ ਥੋੜਾ ਜਿਹਾ ਧੜਕਦਾ ਆ ਵੀ ਅਸੀਂ ਨਹੀਂ ਰੱਖਣਾ। ਫਿਰ ਮੇਰਾ ਆਪਰੇਸ਼ਨ ਹੋਇਆ ਸੀ, ਮੇਰੇ ਕੋ ਆ ਕੇ ਨਾ ਪੂਰੀ ਤਰ੍ਹਾਂ ਕੰਨ ਲਾ ਪਿਆ। ਮੈਂ ਕਿਹਾ ਪੁੱਤ ਕੋਈ ਗੱਲ ਨਹੀਂ, ਜੇ ਤੁਹਾਨੂੰ ਹੁਣ ਨਹੀਂ ਰੱਖਿਆ ਤਾਂ ਫੇਰ ਰੱਖ ਲਓਗੇ। ਫਿਰ ਉਹਨੂੰ ਇੱਕ ਹਕੀਮ ਸੀਗਾ, ਉਹਦੇ ਕੋਲ ਦਿਖਾ ਲਿਆ, ਉਹਨੇ ਫਿਰ ਉਹਨੂੰ ਦਵਾਈ ਦਾਰੂ ਦਿੱਤਾ। ਫਿਰ ਉਹ ਦਵਾਈ ਖਾਂਦੇ ਨਾ ਤੇ ਉਹ ਠੀਕ ਹੋ ਗਿਆ। ਫਿਰ ਮੇਰਾ ਆਪਰੇਸ਼ਨ ਸੀ, ਮੈਂ ਹਸਪਤਾਲ ਦਾਖਲ ਸੀਗਾ ਤੇ ਇਹ ਫਿਰ ਹੁਣ ਗਿਆ ਉੱਥੇ ਸਿਲੈਕਟ ਹੋ ਗਿਆ। ਫਿਰ ਇਹ ਆ ਕੇ ਉੱਥੇ ਮੈਨੂੰ ਹਸਪਤਾਲ ਕਹਿੰਦਾ ਮਾਤਾ ਜੀ ਵੀ ਮੈਂ ਫੌਜ 'ਚ ਸਿਲੈਕਟ ਹੋ ਗਿਆ। ਮੈਂ ਕਿਹਾ ਪੁੱਤਰ ਜੇ ਕੋਈ ਇੱਕ ਪਾਸੇ ਰੱਬ ਨੇ ਖਰਚਾ ਕਰਾਇਆ ਤਾਂ ਤੈਨੂੰ ਰੱਬ ਨੇ ਸਾਨੂੰ ਦੇ ਵੀ ਦਿੱਤਾ। ਕਹਿੰਦਾ ਤੁਸੀਂ ਹੁਣ ਟੈਨਸ਼ਨ, ਮੇਰਾ ਪੁੱਤ ਬਹੁਤ ਹੁਸ਼ਿਆਰ ਸੀਗਾ, ਬਹੁਤ ਉਹਦੇ ਵਰਗਾ ਸੂਰਮਾ ਮੈਂ ਨਹੀਂ ਦੇਖਿਆ। ਜੇ ਕਿਸੇ ਕੋਈ ਹਸਪਤਾਲ ਸੀ ਉਹਦੇ ਆਉਂਦੇ ਨੂੰ ਇੰਤਜ਼ਾਮ ਪਹਿਲਾਂ ਹੀ ਕਰ ਲੈਂਦਾ ਸੀ। ਉਦੋਂ ਕੋਈ ਲੈਟਨਾ ਫਲੱਛਾਂ ਨਹੀਂ ਸੀ ਗੁਰਦੁਆਰੇ ਦੇ ਵਿੱਚ, ਤੇ ਉਧਰ ਗੁਰਦੁਆਰਾ ਮੋਹਰੇ ਰਹਿ ਸੀ, ਵਿੱਚ ਨਾਲ ਗੁਰਦੁਆਰਾ ਸੀ। ਤੇ ਮੈਂ ਕਹਿਣਾ ਬੱਚੇ ਕਿੱਦਾਂ, ਉਹਨੂੰ ਕਹਿਣਾ ਕੋਈ ਨਹੀਂ, ਉਹਨੇ ਇੱਟਾਂ ਰੱਖ ਕੇ ਵਿੱਚ ਬਾਲਟੀ ਰੱਖ ਲਈ, ਬਾਲਟੀ ਰੱਖ ਕੇ ਉਹਦੇ ਵਿੱਚ ਮੈਨੂੰ ਬਿਠਾਲ ਕੇ ਤੇ ਨਾਲ ਕਬਰਸਤਾਨ ਸੀਗਾ, ਉਹਦੇ ਨਾਲ ਜਗ੍ਹਾ ਸੀਗੀਆਂ, ਉੱਥੇ ਉਹਨੂੰ ਸਿੱਟਿਆ ਮੈਂ। ਫਿਰ ਘਰ ਰਹਿੰਦੇ ਉਹ ਚਲੋ ਜ਼ਿਆਦਾ ਸਮਾਂ ਸਾਡੇ ਕੋਲ ਰਿਹਾ। ਫਿਰ ਉਹ ਪੈਸੇ ਮੰਗਦੇ ਸੀ, ਉਸ ਸਮੇਂ 'ਚ ਪੈਸੇ ਵੀ ਨਹੀਂ ਸਾਡੇ ਕੋਲ ਹੁੰਦੇ ਸੀ, ਕਦੇ 10-20 ਹਜ਼ਾਰ ਦੇਣਾ ਸੀਗਾ। ਤੇ ਜਿਹੜੇ ਡੋਗਰੇ ਨੇ ਕਰਵਾਇਆ ਸੀਗਾ ਤੇ ਉਹਨੂੰ ਜਦੋਂ ਉੱਥੇ ਲੈ ਕੇ ਗਿਆ ਮਿਲਟਰੀ ਹਸਪਤਾਲ MH ਲੈ ਕੇ ਗਿਆ ਤਾਂ ਉਹਨੂੰ ਉੱਤੇ ਹੱਥ ਫੇਰ ਦਿੱਤਾ ਵੀ ਦਲਜੀਤ ਸਿੰਘ ਸਿਲੈਕਟ ਹੋ ਗਿਆ। ਇਹਦੇ ਪਿਤਾ ਜੀ ਗਏ ਸੀ। ਅਸੀਂ ਇੱਧਰ ਇੱਕ ਬੰਦਾ ਲਿਫਟ 'ਚ ਲੱਗਾ ਸੀਗਾ ਲੱਦੇ ਵਾਲੀ, ਅਸੀਂ ਉਹਨੂੰ ਕਹਿ ਦਿੱਤਾ ਤੇ ਉਹ ਕਹੇ ਵੀ ਤੁਹਾਡਾ ਬੱਚਾ ਭਾਵੇਂ ਜਿੱਦਾਂ ਵੀ ਮਰਜ਼ੀ ਹੋ ਗਿਆ ਤੇ ਮੈਂ ਆਪਣੇ ਪੈਸੇ ਲੈਣੇ ਆ। ਫਿਰ ਅਸੀਂ ਉਹਨੂੰ ਵੀ ਦਿੱਤੇ ਤਾਂ ਅਸੀਂ ਉਹਨੂੰ ਵੀ ਦਿੱਤੇ ਤੇ ਫਿਰ ਦਲਜੀਤ ਸਿੰਘ ਭਰਤੀ ਹੋ ਗਿਆ। ਫਿਰ ਮਹੀਨਾ 2 ਮਹੀਨੇ ਕੋਈ ਪਤਾ ਹੀ ਨਹੀਂ ਲੱਗਾ। ਫਿਰ ਇੱਕ ਦਿਨ ਅਸੀਂ ਇਹਨੂੰ ਭੇਜਿਆ, ਮੈਂ ਕਿਹਾ ਦਲਜੀਤ ਸਿੰਘ, ਇਹਦੇ ਪਿਤਾ ਜੀ ਕਹਿੰਦੇ ਵੀ ਪੁੱਤ ਪਤਾ ਤਾਂ ਕਰ ਭਾਜੀ ਦਫ਼ਤਰ ਜਾ ਕੇ। ਉੱਥੇ ਜਦੋਂ ਗਿਆ ਤੇ ਉੱਥੇ ਉਹਨਾਂ ਨੇ ਉਹ ਦਿੱਤੀ, ਉਹ ਜਿਹਨਾਂ ਘਾਹ ਜਿਹਾ ਵੱਢਦੇ ਉੱਤੋਂ ਤੇ ਉੱਥੇ ਉਹ ਲੱਗਾ ਹੈ ਤੇ ਕਹਿੰਦੇ ਤੇਰੀ ਨੌਕਰੀ ਲੱਗ ਗਈ ਉਹਦਾ, ਤਾਂ ਸਾਨੂੰ ਇੱਕ ਪੈਸਾ ਪੈ ਰਿਹਾ ਤੇ ਤੁਸੀਂ ਇੱਥੇ, ਕਹਿੰਦਾ ਹੁਣ ਮੇਰਾ ਸਮਾਨ ਲੈ ਕੇ ਤੁਸੀਂ ਸਟੇਸ਼ਨ ਤੇ ਆ ਜਾਓ। ਫਿਰ ਅਸੀਂ ਕਿਹਾ ਵੀ ਸਾਰੇ ਆਲੇ ਦੁਆਲਿਆਂ ਨੂੰ ਇਕੱਠੇ ਕੀਤਾ, ਬਹੁਤ ਤੇਜ਼ ਦੇ ਵਿੱਚ, ਕਿਸੇ ਨੇ ਕੁਛ ਬਣਾਇਆ, ਕਿਸੇ ਨੇ ਕੁਛ ਬਣਾਇਆ, ਰੋਟੀ ਪਾਣੀ ਲੈ ਕੇ ਅਸੀਂ ਫਿਰ ਨਾ ਸਮਾਨ ਵੀ ਉਹਦਾ ਜੋ ਸਾਨੂੰ ਹੱਥ ਆਇਆ। ਫਿਰ ਜਦੋਂ ਅਸੀਂ ਗਏ ਤਾਂ ਫਿਰ ਦੂਏ ਦੇ ਉੱਤੇ ਤੁਰੇ, ਪੁਲ ਦੇ ਥੱਲੇ, ਉਦੋਂ ਪੁਲ ਨਹੀਂ ਸੀ ਬਣਿਆ, ਲੈਣਾ ਹੀ ਸੀ, ਤੁਰਿਆ ਆਉਂਦਾ ਸੀਗਾ। ਫਿਰ ਕਹਿੰਦਾ ਭਈ, ਉਹ ਕਹਿੰਦੇ ਆਪਣਾ ਸਮਾਨ ਲੈ ਆਓ। ਫਿਰ ਅਸੀਂ ਮਹੱਲੇ ਦੇ ਸਾਰੇ ਜਣੇ ਇਕੱਠੇ ਹੋ ਕੇ ਉਹਨੂੰ ਚੜਾਉਣ ਗਏ। ਫਿਰ ਪੂਨੇ ਚਲੇ ਗਿਆ। ਕਿੰਨੀ ਦੇਰ ਉਦੋਂ ਫਿਰ ਨੌਕਰੀ ਹੋ ਗਈ ਸੀ ਜਦੋਂ ਸ਼ਹੀਦ ਹੋਏ ਉਦੋਂ ਪਹਿਲਾਂ? ਉਹਦੀ ਨੌਕਰੀ ਜੀ 6 ਸਾਲ ਹੋ ਕੇ 7ਵਾਂ ਲੱਗ ਪਿਆ ਸੀ। ਹਾਂਜੀ, ਜੂਨ ਜੁਲਾਈ 'ਚ 7ਵਾਂ ਲੱਗਣਾ ਸੀ ਤਾਂ ਜਦੋਂ ਨੂੰ ਉਹ ਸ਼ਹੀਦੀ ਪਾ ਗਿਆ। ਹਾਂਜੀ। ਆਖਰੀ ਵਾਰ ਫਿਰ ਕਦੋਂ, ਉਦੋਂ ਵਿਆਹ ਹੋ ਗਿਆ ਸੀ ਇਹਨਾਂ ਦਾ? ਹਾਂਜੀ 97 'ਚ ਉਹਦਾ ਵਿਆਹ ਹੋਇਆ ਤੇ 97 ਆਖਰੀ ਦੇ ਵਿੱਚ ਉਹਦੀ ਗੁੱਡੀ ਹੋ ਗਈ ਤੇ 98 1 ਸਾਲ ਉਹ ਹੋ ਰਿਹਾ ਤੇ 99 'ਚ ਉਹ ਜੁਲਾਈ 'ਚ ਪੂਰਾ ਹੋ ਗਿਆ। ਅੱਛਾ, ਕਿੰਨੀ ਉਮਰ ਸੀਗੀ ਜਦੋਂ ਉਹਦੀ ਸ਼ਾਦੀ ਕੀਤੀ ਉਦੋਂ ਤਾਂ ਬਹੁਤ ਹਲਕਾ ਸੀ, ਉਦੋਂ ਤਾਂ 26 ਸਾਲ ਦੀ ਤਾਂ ਉਹ ਸ਼ਹੀਦੀ ਪਾ ਗਿਆ। ਉਦੋਂ ਸਮਝ ਲਓ ਵੀ ਤੁਸੀਂ 24-25 ਸਾਲ ਮੈਂ ਬਿਮਾਰ ਰਹਿੰਦੀ ਸੀ ਤੇ ਅਸੀਂ ਉਹਦੀ ਸ਼ਾਦੀ ਜਲਦੀ ਕਰ ਦਿੱਤੀ। ਸਾਨੂੰ ਪਰਿਵਾਰ ਵੀ ਬਹੁਤਾ ਅੱਛਾ ਮਿਲ ਗਿਆ ਤੇ ਬਹੁਤ ਉਹਨਾਂ ਦਾ ਮੇਲ ਮਿਲਾਪ ਸੀਗਾ ਤੇ ਉਹਦੇ ਡੈਡੀ ਜੀ ਦਾ ਪਹਿਲਾਂ ਹੀ ਚੱਲ ਵਸੇ ਸੀਗੀ ਤਾਂ ਉਹਦੀ ਗਾਹਾਂ ਹੁਣ ਵੀ ਭਰਾ ਭਰਜਾਈਆਂ ਸਭ ਅੱਛੇ ਆ ਸਾਡੇ ਨਾਲ। ਦਲਜੀਤ ਸਿੰਘ ਹੋਰੀ ਕਦੋਂ ਫਿਰ ਆਖਰੀ ਵਾਰ ਕਦੋਂ ਮੁਲਾਕਾਤ ਹੁੰਦੀ ਹੈ, ਕਦੋਂ ਛੁੱਟੀ ਆਉਂਦੇ ਨੇ ਫਿਰ ਜਦੋਂ ਕਾਰਗਿਲ ਦੀ ਜੰਗ?
ਉਹ ਜੂਨ ਦੇ ਵਿੱਚ ਜਿਹੜੀ ਤੁਸੀਂ ਗੱਲ ਸੁਣਾਈ ਸੀ ਉਹ ਵਿਸਥਾਰ 'ਚ ਸੁਣਾਇਓ, ਅੱਜ ਸੰਗਤ ਸੁਣਨਾ ਚਾਹੁੰਦੀ ਹੈ। ਹਾਂਜੀ, ਅਸੀਂ ਜਦੋਂ ਦਲਜੀਤ ਸਿੰਘ ਨਾਲ ਭਰਤੀ ਹੋਇਆ ਤੇ ਅਸੀਂ ਇੱਥੇ ਫਿਰ ਗੁਰਦੁਆਰਾ ਸਾਹਿਬ ਸੀਗੇ, ਉਹਦਾ ਫਿਰ ਸਾਨੂੰ ਫੋਨ ਆਇਆ, ਕਹਿੰਦੇ ਵੀ ਇੰਨੇ ਬੰਦਿਆਂ ਦੀ ਨਾ ਤੁਸੀਂ ਰੋਟੀ ਤਿਆਰ ਕਰ ਲਓ। ਫਿਰ ਅਸੀਂ ਰੋਟੀ ਆਲੂ ਬਣਾਏ, ਕਰੇਲੇ ਬਣਾਏ ਰਾਤ ਨੂੰ। ਇਹਦੀ ਸਾਲੀ ਸਾਹਿਬ ਵੀ ਆ ਗਏ, ਹੋਰ ਵੀ ਮਹੱਲੇ ਦੀਆਂ ਬੀਬੀਆਂ ਲਾਈਆਂ ਸੀ, ਸਾਰਾ ਲੰਗਰ ਬਣਾਇਆ। ਲੰਗਰ ਬਣਾ ਕੇ ਤਾਂ ਅਸੀਂ ਸਵੇਰ ਨੂੰ ਤਿਆਰੀ ਕਰਕੇ ਗਏ। ਫਿਰ ਅਸੀਂ ਉਸ ਗੱਡੀ ਤੇ ਵੀ ਪਹੁੰਚ ਗਏ। ਉਹ ਸਾਰੀ ਜਿਹੜੇ ਫੌਜੀ ਜਵਾਨ ਸੀਗੇ ਸਾਰੇ ਕਾਰਗਿਲ ਜੰਗ ਲਈ ਜਾ ਰਹੇ ਸੀ ਉਸ ਸਾਰੇ ਜੰਗ ਲਈ ਜਾ ਰਹੇ ਸੀ। ਫਿਰ ਜਦੋਂ ਗੱਡੀ ਆਈ ਥੋੜਾ ਚਿਰ ਰੁਕੀ ਆ, ਮੇਰੇ ਮੋਹਰੇ ਟਰੰਕ ਛਿੜ ਦਿੱਤਾ। ਕਹਿੰਦਾ ਮਾਤਾ ਜੀ ਦੂਰੋਂ ਆਵਾਜ਼ ਮੈਨੂੰ ਮਾਰ ਲਈ ਤੇ ਮੇਰੇ ਮੋਹਰੇ ਟਰੰਕ ਛਿੜ ਦਿੱਤਾ। ਕਹਿੰਦਾ ਖਾਲੀ ਆ ਇਹ, ਤੁਸੀਂ ਲੈ ਜਾਓ। ਅਸੀਂ ਟਰੰਕ ਚੱਕ ਲਿਆ, ਉਹਨੂੰ ਟੋਕਰੇ ਵਿੱਚ ਰੋਟੀ ਦੇ ਸਬਜ਼ੀ ਦੇ ਸਾਰੇ ਰੱਖ ਦਿੱਤੇ ਤੇ ਫਿਰ ਉਹ ਨਾ ਕਿੱਡੀ ਦੂਰ ਤਾਈਂ ਗੱਡੀ ਲਮਕਦਾ ਉਹ ਚਲੇ ਗਿਆ। ਗੱਲਬਾਤ ਹੋਈ ਉਦੋਂ, ਇੰਨਾ ਟਾਈਮ ਨਹੀਂ ਮਿਲਿਆ? ਨਹੀਂ, ਇੰਨਾ ਗੱਲਬਾਤ ਦਾ ਟਾਈਮ ਨਹੀਂ ਮਿਲਿਆ। ਜਦੋਂ ਫਿਰ ਜੰਮੂ ਗਿਆ, ਉੱਥੇ ਪਠਾਨਕੋਟ ਗਏ ਨਾ, ਉਦੋਂ ਫਿਰ ਉਹਨਾਂ ਦਾ ਅਫਸਰ ਕਹਿੰਦਾ ਵੀ ਖਾਣਾ ਕਿੱਥੋਂ ਆਇਆ। ਉਹਦੇ ਨਾਲ ਦੇ ਕਹਿੰਦੇ ਵੀ ਦਲਜੀਤ ਸਿੰਘ ਦੇ ਘਰੋਂ ਕੈਂਟ ਤੋਂ ਆਇਆ। ਫਿਰ ਉਹ ਕਹਿੰਦੇ ਵੀ ਸਾਨੂੰ ਦੱਸ ਦਿੰਦਾ, ਅਸੀਂ ਇਹਨੂੰ 2-4 ਦਿਨ ਛੁੱਟੀ ਭੇਜ ਦਿੰਦੇ। ਫਿਰ ਉਹਨੇ ਅਫਸਰ ਨੇ ਉੱਥੋਂ ਛੁੱਟੀ ਭੇਜ ਦਿੱਤਾ। ਰਾਤ ਦੇ 12 ਵਜੇ ਫਿਰ ਸਾਡੇ ਕੋਲ ਆ ਗਿਆ। ਅੱਛਾ, ਤੁਹਾਨੂੰ ਪਤਾ ਨਹੀਂ ਸੀਗਾ, ਪਰ ਉਹ ਜਦੋਂ ਇੱਥੋਂ ਲੈ ਕੇ ਤੁਸੀਂ ਪ੍ਰਸ਼ਾਦਾ ਦੇ ਕੇ ਤੋਰ ਦਿੱਤਾ, ਪਠਾਨਕੋਟ ਤੋਂ ਫਿਰ ਵਾਪਸ ਘੱਲ ਦਿੱਤਾ ਜਾਂਦਾ? ਫਿਰ ਵਾਪਸ ਆ ਗਿਆ। ਵਾਪਸ ਆ ਕੇ ਫਿਰ 3-4 ਦਿਨ ਰਿਹਾ, ਫਿਰ ਚਲੇ ਗਿਆ। ਤੇ ਫਿਰ ਇੱਕ ਵਾਰੀ ਛੁੱਟੀ ਆਇਆ। ਤੁਹਾਨੂੰ ਮੈਂ ਜਦੋਂ ਦੱਸਿਆ ਵੀ ਮੇਰੇ ਆ ਮੁੰਡਾ ਦੁਖਦਾ ਸੀਗਾ, ਤੇ ਫਿਰ ਉਹ ਛੁੱਟੀ ਆ ਕੇ ਤੇ ਮੈਨੂੰ ਪਹਿਲਾਂ ਫੋਨ ਆਇਆ, ਕਹਿੰਦਾ ਨਹੀਂ ਫਿਰ ਨਹੀਂ ਛੁੱਟੀ ਆਇਆ, ਪਹਿਲਾਂ ਉਦੋਂ ਚਲੇ ਗਿਆ। ਫਿਰ ਇੱਕ ਵਾਰੀ ਛੁੱਟੀ ਆਇਆ, ਨਹੀਂ ਛੁੱਟੀ ਨਹੀਂ ਫਿਰ ਆਇਆ। ਫਿਰ ਉਹ ਚਲੇ ਗਿਆ ਤੇ ਇਹਦੇ ਪਿਤਾ ਜੀ ਫਿਰ ਇੱਥੇ ਛੁੱਟੀ ਆਇਆ ਸੀਗਾ, ਉੱਥੋਂ ਛੁੱਟੀ ਫਿਰ ਆਇਆ। ਇੱਕ ਵਾਰੀ ਕੱਟ ਗਿਆ ਸੀ ਛੁੱਟੀ। ਉਦੋਂ ਕਾਰਗਿਲ 'ਚ ਜੰਗ ਲੱਗੀ ਹੋਈ ਸੀ? ਨਹੀਂ, ਉਦੋਂ ਨਹੀਂ ਸੀ, ਪਹਿਲਾਂ ਤੇ ਫਿਰ ਘਰ ਆ ਕੇ ਛੁੱਟੀ ਕੱਟੀ। ਆਇਆ, ਆ ਕੇ ਥੋੜੀ ਛੁੱਟੀ ਕੱਟੀ, ਗੁੱਡੀ ਨੂੰ ਦੇਖਣ ਆਇਆ ਸੀ। ਤੇ ਮੈਂ ਕਿਹਾ ਪੁੱਤਰਾ ਗੁੱਡੀ ਆ ਗਈ। ਕਹਿੰਦਾ ਸਾਡੀਆਂ ਭੈਣਾਂ ਨੇ ਸੀ, ਇਹਨੂੰ ਆਪਣੀ ਧੀ ਵੀ ਸਮਝੀ, ਮੈਨੂੰ ਬਹੁਤ ਪਿਆਰ ਕਰਦੀ ਕੁੜੀ। ਮੈਂ ਬਿਮਾਰ ਹੋ ਗਈ, ਕਹਿੰਦੀ ਮਾਤਾ ਜੀ ਪੈਸੇ ਦੀ ਪਰਵਾਹ ਨਹੀਂ ਕਰਨੀ। ਮੇਰੀ ਸਿਹਤ ਬਹੁਤ ਚੰਗੀ ਸੀ, ਆ ਮੈਂ 6-7 ਮਹੀਨਿਆਂ ਤੋਂ ਬਿਮਾਰ ਹਾਂ। ਤੇ ਉਹ ਫਿਰ ਅਸੀਂ ਫਿਰ ਉਹ ਗੁੱਡੀ ਨੂੰ ਪਾਲਿਆ। ਫਿਰ ਇਹ ਬਸ ਰੋਂਦੀ ਸੀ। ਫਿਰ ਮੈਂ ਆ ਕੇ ਚੱਕਿਆ ਤੇ ਕਹਿੰਦਾ ਇਹ ਤੇਰੇ ਕੋਲ ਚੁੱਪ ਕਰ। ਨਾਨਕਿਆਂ ਦੇ ਗਈ ਸੀ, ਮੈਂ ਗੇਟ 'ਚ ਖੜੀ ਦੇਖਦੀ ਸੀ। ਕਹਿੰਦਾ ਲੈਣਾ ਆਪਣਾ ਫੋਨ ਦਾ, ਇਹ ਸਾਡੇ ਕੋਲ ਨਹੀਂ ਚੁੱਪ ਕਰਦਾ। ਫਿਰ ਅਸੀਂ ਉਹਨੂੰ ਰੱਖਿਆ, ਫਿਰ ਚਲੇ ਗਿਆ। ਫਿਰ ਇੱਕ ਵਾਰੀ ਛੁੱਟੀ ਆ ਗਏ ਤਾਂ ਫਿਰ ਇੱਥੇ ਆ ਕੇ ਥੋੜਾ ਬਿਮਾਰ ਹੋ ਗਿਆ। ਉਧਰੋਂ ਫਿਰ ਛੁੱਟੀ ਆਇਆ ਇੱਕ ਵਾਰੀ। ਫਿਰ ਜਦੋਂ ਆ ਕੇ ਬਿਮਾਰ, ਪਹਿਲਾਂ ਗੁੱਡੀ ਦੇਖਣ ਆਇਆ, ਉਦੋਂ ਬਾਅਦ ਫਿਰ ਆਇਆ। ਫਿਰ ਆਇਆ ਤਾਂ ਆ ਕੇ ਕਹਿੰਦਾ ਮੈਂ ਚਲੇ ਜਾਣਾ। ਨਹੀਂ, 2 ਵਾਰੀ ਆਇਆ। ਇੱਕ ਵਾਰੀ ਆਇਆ ਇੱਦਾਂ, ਤੇ ਦੂਜੀ ਵਾਰੀ ਜਦੋਂ ਕਾਰਗਿਲ ਜੰਗ ਲੱਗੀ ਸੀ ਉਧਰ, ਤੇ ਕਹਿੰਦਾ ਮੇਰਾ ਮਨ ਨਹੀਂ ਕਰਦਾ, ਜਿੱਦਾਂ ਉਹਦਾ ਜਾਣ ਨੂੰ ਜੀ ਨਹੀਂ ਸੀ ਕਰਦਾ। ਸਾਡੇ ਮੋਹਰੇ ਵੀ ਫੌਜੀ ਮੁੰਡਾ ਸੀ, ਉਹਨੂੰ ਕਹਿੰਦਾ ਸ਼ੇਖਰ ਭਾਜੀ, ਕਹਿੰਦਾ ਦਲਜੀਤ 'ਚ ਕੋਈ ਨਹੀਂ, ਅੱਗੇ ਪਿੱਛੇ ਚਲੇ ਜਾਵਾਂਗੇ, ਕੋਈ ਗੱਲ ਨਹੀਂ। ਪਹਿਲੇ ਦਿਨ ਸਟੇਸ਼ਨ ਤੋਂ ਮੁੜਿਆ ਆਇਆ। ਕਹਿੰਦੇ ਅੱਜ ਜੰਮੂ ਤੋਂ ਵੀ ਨਹੀਂ ਆਈ ਤੇ ਸਮਾਨ ਸਮੂਨ ਲੈ ਕੇ ਆ ਗਿਆ। ਜਿੱਦਾਂ ਪਤਾ ਨਹੀਂ ਉਹਦੇ ਦਿਲ 'ਚ ਕੀ ਸੀ ਕੀ ਨਹੀਂ ਸੀ। ਫਿਰ ਉਹ ਜਦੋਂ ਘਰ ਆ ਗਿਆ ਤਾਂ ਦੂਏ ਦਿਨ ਫਿਰ ਨਾ ਉਹਦੇ ਘਰ ਵਾਲੀ ਕੱਪੜੇ ਧੋਂਦੀ ਸੀ। ਤਾਂ ਕਹਿੰਦਾ ਮੈਂ ਹਰਜਿੰਦਰ ਕੌਰ, ਜੇ ਉਹਨੂੰ ਕੁਛ ਕਿਹਾ ਹੋਣਾ ਵੀ ਅਸੀਂ ਰੋਟੀ ਖਾਣੀ ਆ ਜਾਂ ਕਿੱਦਾਂ, ਵੀ ਤੁਸੀਂ ਉਹਦੇ ਕਹਿਣ ਤੇ ਰਹਿ ਪਏ। ਤੇ ਕੱਪੜੇ ਅਸੀਂ ਨੂੰਹ ਸੱਸ ਨੇ ਧੋਤੇ, ਮੈਂ ਉੱਪਰ ਕੱਪੜੇ ਪਾਉਣ ਚਲੇ ਗਈ। ਇਹਨੇ ਫਿਰ ਆਪਣਾ ਸਮਾਨ ਚੱਕਿਆ ਤੇ ਮੈਨੂੰ ਹੀ ਬੁਲਾਇਆ, ਇਹਨੂੰ ਨਹੀਂ ਫਿਰ ਬੁਲਾਇਆ। ਕਹਿੰਦਾ ਚੰਗਾ ਫਿਰ ਮਾਤਾ ਜੀ ਮੈਂ ਚੱਲਿਆ। ਮੈਂ ਕਿਹਾ ਹਰਜਿੰਦਰ ਕੌਰ ਮੇਰੇ ਕੱਪੜੇ ਦੇ, ਮੈਂ ਜਦੋਂ ਆਉਂਦਾ ਵੀ ਪੁੱਤ ਉਦੋਂ ਵੀ ਲੈਣ ਜਾਂਦੀ ਆ, ਜਦੋਂ ਜਾਂਦਾ ਉਦੋਂ ਵੀ ਛੱਡਣ ਜਾਂਦੀ ਆ। ਫਿਰ ਮੈਂ ਸਟੇਸ਼ਨ ਤਾਈਂ ਗਈ। ਕਹਿੰਦਾ ਤੁਸੀਂ ਕਾਹਤੇ ਆਏ? ਮੈਂ ਪੁੱਤ ਅੱਗੇ ਵੀ ਆਉਣੀ ਆ। ਤੇ ਜਦੋਂ ਸਟੇਸ਼ਨ ਤਾਈਂ ਗਈ, ਉੱਥੇ ਮੈਨੂੰ ਕਹਿੰਦਾ ਗੱਡੀ ਖਰੇ ਅੱਜ ਵੀ ਨਹੀਂ ਆਉਣੀ। ਮੈਂ ਕਿਹਾ ਆਦੇ ਤਾਂ ਪੁੱਤ ਜੰਮੂ ਤੋਂ ਵੀ ਲਿਖਿਆ ਗੱਡੀ ਤੇਰੀ ਆ ਗਈ। ਪਰ ਬਸ ਉਹਦੇ 'ਚ ਬਹਿ ਗਿਆ, ਬਹੁਤ ਦੂਰ ਤਾਈਂ ਅੱਧਾ ਲੰਮਕ ਗਏ ਤਾਂ ਮੇਰੇ ਨਾਲ ਇੱਦਾਂ ਹੀ ਕਰਦਾ ਚਲੇ ਗਿਆ। ਬਸ ਉਹੀ ਮੁਲਾਕਾਤ ਸੀ। ਤਾਂ ਫਿਰ ਮੁੜ ਕੇ ਨਹੀਂ ਉਹ ਆਇਆ। ਫਿਰ ਜਿਹੜੀ ਮੁੰਡਾ ਦੁਖਦਾ ਸੀ, ਫਿਰ ਮੈਨੂੰ ਕਿਸੇ ਨੇ ਦੱਸ ਦਿੱਤਾ। ਫਿਰ ਉੱਧਰੋਂ ਫੋਨ ਆਇਆ, ਕਹਿੰਦਾ ਮਾਤਾ ਜੀ ਵੀ ਤੁਸੀਂ ਤੁਹਾਡਾ ਮੁੰਡਾ ਦੁਖਦਾ। ਮੈਂ ਪੁੱਤ ਤੈਨੂੰ ਕਿਹਨੇ ਦੱਸਿਆ? ਕਹਿੰਦਾ ਕਿਤੇ ਵੀ ਪਤਾ ਲੱਗ ਗਿਆ। ਫਿਰ ਇਹਦੇ ਘਰ ਵਾਲੀ ਪੇਕਿਆਂ ਦੇ ਗਈ ਹੋਈ ਸੀ। ਫਿਰ ਮੈਂ ਉਹਨੂੰ ਕਿਹਾ ਹਰਜਿੰਦਰ ਕੌਰ, ਮੈਂ ਕਿਹਾ ਪੇਕਿਆਂ ਦੇ ਗਈ ਉਹਨੂੰ ਵੀ ਬੋਲਿਆ ਉਹਨਾਂ। ਫਿਰ ਹਰਜਿੰਦਰ ਕੌਰ ਮੈਨੂੰ ਆ ਕੇ ਕਹਿੰਦੀ ਮਾਤਾ ਜੀ ਤੁਸੀਂ ਮੈਨੂੰ ਇਹ ਆ ਗਏ
ਤਾਂ ਉੱਥੇ ਉਹਦੇ ਨਾਲ ਗਾਲਾਂ ਗੋਲਾਂ ਕੱਢੀਆਂ ਮਾੜੀਆਂ ਮੋਟੀਆਂ ਪਿਆਰ ਦੀਆਂ। ਫਿਰ ਘਰ ਆ ਕੇ ਕਹਿੰਦੀ ਤੁਸੀਂ ਮੈਨੂੰ ਦੱਸਿਆ ਨਹੀਂ, ਇਹ ਤੁਸੀਂ ਦੱਸਣ ਨਹੀਂ ਦਿੱਤਾ, ਦੇਖੋ ਬਾਹਰੋਂ ਪਤਾ ਲੱਗ ਗਿਆ। ਮੈਂ ਕਿਹਾ ਕੋਈ ਗੱਲ ਨਹੀਂ। ਫਿਰ ਕੀ ਹੋਇਆ, ਮੈਂ ਕਿਹਾ ਅਸੀਂ ਇੱਥੇ ਸਾਰੇ ਜਣੇ ਇਕੱਠੇ ਆ, ਉਹ ਉੱਥੇ ਇਕੱਲਾ ਆ, ਫਿਰ ਇੱਦਾਂ ਫਿਕਰ ਲੱਗ ਜਾਂਦਾ ਹੈ। ਫਿਰ ਉਸ ਤੋਂ ਬਾਅਦ ਬਸ ਇੱਦਾਂ ਗੱਲਬਾਤ ਕਰਦੇ ਰਹੇ ਆਪਾਂ। ਤਾਂ ਫਿਰ ਥੋੜ੍ਹੇ ਦਿਨੀ ਬਾਅਦ ਉਹਨੂੰ 2-3 ਮਹੀਨੇ ਦੀ ਤਨਖਾਹ ਵੀ ਆਪਣੇ ਟੈਚੀ 'ਚ ਰੱਖੀ ਸੀ ਆਉਣ ਵਾਸਤੇ। ਅੱਛਾ, ਛੁੱਟੀ ਆਉਣਾ ਸੀ। ਹਾਂ, ਛੁੱਟੀ ਆਉਣਾ ਸੀ ਤੇ ਉਧਰੋਂ ਪੂਰੀਆਂ ਤਿਆਰੀਆਂ ਕਰਦਾ ਸੀ। ਤੇ ਬਸ ਫਿਰ ਤਾਂ ਮਾਲਕ ਦੀ ਕਿਰਪਾ ਨਾਲ ਉਹਨੂੰ ਸ਼ਹੀਦ ਹੋ ਗਿਆ। ਉਸ ਦਿਨ ਫਿਰ ਕਿਵੇਂ ਖਬਰ ਆਉਂਦੀ ਹੈ ਤੁਹਾਡੇ ਕੋਲ, ਕਿਵੇਂ ਫੋਨ ਆਉਂਦਾ? ਤੁਸੀਂ ਵੀ ਦੱਸ ਦਿਓ ਵੀ ਮੈਨੂੰ ਥੋੜਾ ਚਿੰਤਾ ਹੁੰਦੀ ਸੀਗੀ, ਮੈਂ ਗੁਰਦੁਆਰਾ ਸਾਹਿਬ ਗਈ, ਮੈਨੂੰ ਉੱਥੇ ਵੀ ਇੱਦਾਂ। ਹਾਂਜੀ, ਮੈਨੂੰ ਉਹਦੇ ਸ਼ਹੀਦੀ ਦੇ ਖੌਫ ਪਹਿਲਾਂ ਹੀ ਆਉਂਦੇ ਸੀ। ਮੈਂ ਦਿੱਲੀ ਸਾਹਿਬ ਗਈ ਸੀ, ਦਿੱਲੀ ਨੂੰ ਗਈ ਸੀ। ਉੱਥੇ ਬਾਬਾ ਮਾਨ ਸਿੰਘ ਦਾ ਪ੍ਰੋਗਰਾਮ ਸੀ, ਉਹਨਾਂ ਨੇ ਬਹੁਤ ਤਕੜਾ ਪ੍ਰੋਗਰਾਮ ਬਣਾਇਆ ਸੀ ਤੇ ਗੁਰਦੁਆਰੇ ਦੇ ਵਿੱਚ ਸਾਡੀ ਰਿਹਾਇਸ਼ ਸੀ। ਅਸੀਂ ਫਿਰ ਗੁਰਦੁਆਰੇ ਜਦੋਂ ਰਹੇ ਤਾਂ ਉੱਥੇ ਮੈਨੂੰ ਦਲਜੀਤ ਸਿੰਘ ਪਹਾੜੀ ਤੋਂ ਡਿੱਗਦਾ ਦਿਸਦਾ। ਫਿਰ ਮੈਂ ਨਾ ਸਾਰਿਆਂ ਤੋਂ ਪਰੇ ਜਾ ਕੇ ਆਪਣੇ ਮੂੰਹ ਤੇ ਚਪੇੜਾਂ ਵੀ ਮਾਰੀਆਂ। ਮੈਂ ਕਿਹਾ ਮਾਲਕਾ ਤੇਰੇ ਘਰ ਮੈਂ ਆਈ ਹਾਂ ਸੀਸਗੰਜ, ਵੀ ਇਹ ਮੈਨੂੰ ਕੀ ਦਿਸਦਾ? ਫਿਰ ਮਾਲਕ ਨੇ ਕਿਹਾ ਵੀ ਇਹ ਤੁਹਾਡੇ ਨਾਲ ਹੁਣ ਆਈਆਂ। ਫਿਰ ਮੇਰਾ ਧਿਆਨ ਪਿੱਛੇ ਨੂੰ ਹੋ ਗਿਆ ਤੇ ਘਰ ਆਏ, ਸੁੱਖ ਸ਼ਾਂਤੀ ਸੀ। ਤਾਂ ਪਰ ਉਸ ਤੋਂ ਬਾਅਦ ਫਿਰ ਜੰਗ ਦੇ ਵਿੱਚ ਚਲੇ ਗਿਆ ਤਾਂ ਮੁੜ ਕੇ ਫਿਰ ਉਹ। ਤੁਸੀਂ ਦੱਸਦੇ ਸੀ ਵੀ ਇੱਥੇ ਵੀ ਜਦੋਂ ਟ੍ਰੇਨ ਤੇ ਜਾਣੀਆਂ, ਗੱਡੀਆਂ ਜਾਣੀਆਂ, ਫੌਜੀ ਜਾਣੇ, ਤਾਂ ਤੁਸੀਂ ਅਕਸਰ ਰੋਜ਼ ਦੇਖਣਾ। ਹਾਂਜੀ ਹਾਂਜੀ, ਮੈਂ ਇੱਥੋਂ ਪੁਲ 'ਤੇ ਚਲੀ ਜਾਂਦੀ ਸੀ ਜਦੋਂ ਟ੍ਰੇਨ ਉੱਧਰੋਂ ਗੱਡੀਆਂ ਫੌਜ ਦੀਆਂ ਜਾਂਦੀਆਂ ਸੀ ਨਾ, ਗੁਰਦੁਆਰੇ ਰਹਿੰਦੇ ਸੀ ਪੁਲ 'ਤੇ ਸੈਰ ਵੀ ਕਰੇ ਆਈਦੀ ਸੀ। ਤਾਂ ਮੈਂ ਉਹ ਦੇਖਣ ਚਲੀ ਜਾਣਾ ਵੀ ਕਿੰਨੇ ਕੁ ਗੱਡੀਆਂ ਜਾ ਰਹੀਆਂ, ਕਿੰਨੇ ਕੁ ਪੁੱਤ ਜਵਾਨ ਜਾ ਰਹੇ ਆ। ਤੇ ਬਸ ਇੱਦਾਂ ਗੱਡੀਆਂ ਗੁੱਡੀਆਂ ਦੇਖ ਕੇ ਤੇ ਘਰ ਉਦੋਂ ਮੇਰਾ ਮਨ ਨਹੀਂ ਸੀ ਲੱਗਦਾ। ਮੁੰਡਾ ਦੁਖਦਾ ਸੀ ਤੇ ਮੇਰਾ ਮਨ ਨਹੀਂ ਸੀ ਲੱਗਦਾ। ਫਿਰ ਬਸ ਦਲਜੀਤ ਸਿੰਘ ਦੇ ਇਸ ਕਿਵੇਂ ਫੋਨ ਆਉਂਦਾ, ਕਿੰਨੇ ਵਜੇ ਦਾ ਸਮਾਂ ਹੁੰਦਾ, ਕੀ ਦੱਸਦੇ ਨੇ? ਉਦੋਂ ਕੋਈ ਹੋਣਾ 12-1 ਦਾ ਟਾਈਮ ਹੋਣਾ। ਹਾਂਜੀ, ਤੇ ਇਹਦੇ ਚਾਚਾ ਜੀ ਦੇ ਕੋਈ ਅਫਸੋਸ ਜਿਹਾ ਹੋ ਗਿਆ ਸੀ ਤੇ ਮੇਰੀ ਇੱਥੇ ਦਰਾਣੀ ਰਹਿੰਦੀ, ਅਸੀਂ 2 ਜਣੀਆਂ ਚੱਲੀਆਂ। ਮੀਂਹ ਵੀ ਮਾੜਾ ਮਾੜਾ ਪੈਂਦਾ ਸੀ ਤੇ ਫਿਰ ਜਦੋਂ ਅਸੀਂ ਪੁਲ 'ਤੇ ਗਈਆਂ ਫੇਰ ਲੱਗ ਪਿਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਬਲਜੀਤ ਕੋਰੇ ਮੋੜ ਚਲੀਏ। ਕਹਿੰਦੀ ਨਹੀਂ ਆਪਾਂ ਜਾਣਾ ਹੀ ਆ। ਰਕਸ਼ੇ 'ਤੇ ਅਸੀਂ ਬਹਿ ਕੇ ਉੱਥੇ ਚਲੇ ਗਏ। ਉੱਥੋਂ ਵੀ ਗਾਹਾਂ ਕਿਸੇ ਦੇ ਜਾਣਾ ਸੀ। ਹੁਣ ਫਿਰ ਸਾਡੀ ਵਹੁਟੀ ਨੇ, ਦਰਾਣੀ ਸਾਡੀ ਨੇ ਮੂਹਰੇ ਪਿੰਨੀਆਂ ਰੱਖੀਆਂ, ਚਾਹ ਰੱਖੀ। ਤੇ ਜਦੋਂ ਨੂੰ ਸਾਡਾ ਬੱਚਾ, ਇਹ ਤੋਂ ਵੱਡਾ ਕੁਲਦੀਪ ਸਿੰਘ DC ਦਫ਼ਤਰ ਲੱਗਾ ਆ, ਉਹ ਗੱਡੀ ਕਰਕੇ ਚਲੇ ਗਿਆ। ਪਹਿਲਾਂ ਦਲਜੀਤ ਸਿੰਘ ਦਾ ਇੱਕ ਦੋਸਤ ਗਿਆ ਸੀਗਾ ਤੇ ਉਹ ਪੁਲ ਦੇ ਵਿੱਚ ਖਰੇ ਸੱਟ ਲੱਗ ਗਈ, ਗੱਡੀ ਕਿੱਦਾਂ ਵੱਜੀ ਤੇ ਉਹਦੀਆਂ ਪਸਲੀਆਂ ਟੁੱਟ ਗਈਆਂ ਸੀ। ਉਹ ਫਿਰ ਇਹ ਕੁਲਦੀਪ ਸਿੰਘ ਕਿਸੇ ਦੀ ਗੱਡੀ ਲੈ ਕੇ ਗਿਆ ਤਾਂ ਮੀਂਹ ਪੈਂਦਾ ਸੀਗਾ। ਤਾਂ ਮੈਨੂੰ ਜਾ ਕੇ ਕਹਿੰਦਾ, ਮੈਂ ਕਿਹਾ ਬਲਵਿੰਦਰ ਸਿੰਘ, ਕਹਿੰਦਾ ਪਿਤਾ ਜੀ ਨਾ ਮੀਂਹ ਦੇ ਵਿੱਚ ਚਿੱਕੜ 'ਚ ਡਿੱਗ ਪਏ ਆ ਤੇ ਤੁਸੀਂ ਘਰ ਬਾਹਰ। ਮੈਂ ਕਿਹਾ ਨਹੀਂ, ਦਲਜੀਤ ਸ਼ਹੀਦੀ ਪਾ ਗਿਆ। ਅੱਛਾ, ਤੁਹਾਡੇ ਮਨ 'ਚ ਆਪੇ ਲੱਗ ਗਿਆ। ਮੈਂ ਕਿਹਾ ਦਲਜੀਤ ਆਪਣਾ ਸ਼ਹੀਦ ਹੋ ਗਿਆ। ਜਦੋਂ ਕਿਸੇ ਦੇ ਘਰ ਫੋਨ ਆਇਆ, ਇਹਦੇ ਪਿਤਾ ਜੀ ਸੀਗੇ ਘਰ, ਉਹ ਸੁਣਨ ਗਏ। ਵੱਡੇ ਅਫਸਰ ਨੇ ਫੋਨ ਕੀਤਾ, ਕਹਿੰਦੇ ਗਿਆਨੀ ਕਿਰਪਾਲ ਸਿੰਘ, ਕਹਿੰਦੇ ਹਾਂਜੀ, ਕਹਿੰਦੇ ਤੁਹਾਡਾ ਬੇਟਾ ਦਲਜੀਤ ਸਿੰਘ 108 ਬੰਬੇ ਨਜ਼ਰੀਆ 'ਚ, ਕਹਿੰਦੇ ਹਾਂਜੀ। ਤੇ ਥੋੜ੍ਹੀ ਬਹੁਤੀ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਆਪ ਦਾ ਬੇਟਾ ਨਾ ਸ਼ਹੀਦੀ ਪਾ ਗਿਆ। ਉਹਨਾਂ ਨੇ 2 ਦਿਨ ਪਹਿਲਾਂ ਦੱਸ ਦਿੱਤਾ ਸੀ ਨਾ, 2 ਦਿਨ ਪਹਿਲਾਂ ਦੱਸ ਦਿੱਤਾ ਸੀ। ਫਿਰ ਉਹ ਜਿਹੜਾ ਟੱਬਰ ਸੀ ਉਹ ਸਾਰਾ ਰੋਣ ਲੱਗ ਪਿਆ। ਮੈਂ ਤਾਂ ਹੁਣ ਉੱਧਰੋਂ ਹੀ ਆਉਣਾ ਸੀ। ਜਦੋਂ ਮੈਂ ਆਈ ਤਾਂ ਸਾਡਾ ਗੁਰਦੁਆਰਾ ਭਰਿਆ ਆਇਆ ਸੀ। ਸਾਡੀ ਵਹੁਟੀ ਨੇ ਚੂੜੀਆਂ ਚਾੜੀਆਂ ਪਾ ਦਿੱਤੀਆਂ, ਸਿਰ ਖੁੱਲ੍ਹਾ ਸੀ, ਬਹੁਤ ਬੁਰਾ ਹਾਲ ਸੀ। ਤੇ ਫਿਰ ਬਸ ਇੱਦਾਂ ਉਹਦੀ ਫਿਰ 30 ਦਿਨ ਉਹਦੀ ਡੈੱਡ ਬੋਡੀ ਆਈ। ਬੇਟੀ ਉਹਨਾਂ ਦੀ ਮੈਂ ਕੁਛ ਪਤਾ ਹੀ ਨਹੀਂ ਕਿੰਨੇ ਦੇਰ ਦੀ ਸੀ ਬੇਟੀ? 1.5 ਸਾਲ ਦੀ। 1.5 ਸਾਲ ਦੀ। ਹਾਂਜੀ, ਕੋਈ ਚੱਕੀ ਫਿਰਦਾ ਸੀ, ਕੋਈ ਉਂਗਲੀ ਲਾਈ ਫਿਰਦਾ ਸੀ, ਕੋਈ ਉਹਦੇ ਫਰਾਕ ਪਾਉਂਦਾ ਸੀ, ਕੋਈ ਕੁਛ ਕਰਦਾ ਸੀ। ਸਾਨੂੰ ਤਾਂ ਆਪਣੇ ਆਪ ਦੀ ਨਹੀਂ ਪਰਿਵਾਰ ਨੂੰ ਸੁੱਝਦੀ ਸੀ। ਜਦੋਂ ਉਹਨੂੰ ਲੈ ਕੇ ਵੀ ਗਏ, ਬੱਚੇ ਮੇਰੇ ਦੇ ਤਾਂ ਲੱਕ ਟੁੱਟ ਗਏ ਸੀ। ਦੁਨੀਆ ਵੀ ਇੰਨੀ ਸੀ ਨਾ, ਗੱਡੀਆਂ ਦੇ ਵਿੱਚ ਕਿਤੇ ਆਰਮੀ ਦਾ ਬੜਾ ਉੱਥੇ ਕੰਟਰੋਲ ਸੀ। ਆਰਮੀ ਬਹੁਤ ਆਈ ਉੱਥੇ। ਇੱਥੇ ਪਹਿਲਾਂ ਇੱਥੇ ਐਸ ਸ਼ਮਸ਼ਾਨ ਘਾਟ 'ਚ ਕਹਿੰਦੇ ਸੀ। ਫਿਰ ਉਹਨੂੰ ਸੋਚਿਆ ਵੀ ਇੰਨੀ ਪਬਲਿਕ ਨਹੀਂ ਇੱਥੇ ਆਉਣੀ। ਫਿਰ ਸਾਡੇ ਦਾ ਕੌਂਸਲਰ ਦਕੋਏ ਦਾ ਗੱਗ ਸੀ, ਉਹਨੇ ਰਾਤੋਂ ਰਾਤ ਦਕੋਏ ਦੀ ਸੜਕ ਸਵਾਰ ਦਿੱਤੀ 2 ਦਿਨ ਲਾ ਕੇ। ਫਿਰ ਇਹਦਾ ਕਬਰਸਤਾਨ ਦਕੋਆ ਸਾਹਿਬ ਇਹਦਾ ਸੰਸਕਾਰ ਹੋਇਆ ਸੀ। ਮਿਲਟਰੀ ਦੇ ਗ੍ਰੰਥੀ ਸਾਹਿਬ ਆਏ ਸੀ,
ਮਿਲਟਰੀ ਦੀ ਸਾਰੀ ਫੌਜ ਸਾਰਾ ਕੁਝ ਉਹਨਾਂ ਨੇ ਪ੍ਰਬੰਧ ਕੀਤਾ ਸੀ। ਸਰਕਾਰ ਦੇ ਪੱਖ ਤੋਂ ਜਾਣੀਏ, ਪੁੱਤ ਨੇ ਕੁਰਬਾਨੀ ਦੇ ਦਿੱਤੀ, ਸਰਕਾਰ ਨੇ ਕਦੀ ਸਾਰ ਲਈ ਆ ਕੇ ਸ਼ਹੀਦ ਦੀ ਮਾਂ ਨੂੰ ਕਦੇ ਪੁੱਛਿਆ? ਨਹੀਂ ਜੀ, ਬਿਲਕੁਲ ਨਹੀਂ, ਕੋਈ ਨਹੀਂ ਸਾਡੇ ਬੜਿਆ, ਨਾ ਕੋਈ ਆਉਂਦਾ। ਉਦੋਂ ਫੋਟੋ ਖਿਚਾਉਣ ਜਾਂ ਵਾਅਦੇ ਕਰਨ ਆ ਜਾਂਦੇ ਆ, ਮਾਪਿਆਂ ਨੂੰ ਵਿੱਚ ਦਲਾਸੇ 'ਚ ਲੈ ਲੈਣਾ। ਹੁਣ ਵੀ ਲੋਕਾਂ ਦੀ ਇਹੀ ਗੱਲ ਆ, ਜੇ ਕੋਈ ਵੱਡਾ ਬੰਦਾ ਕੋਈ ਗੁਜ਼ਰ ਜਾਂਦਾ ਤੇ ਉੱਥੇ ਆ ਕੇ ਭਾਸ਼ਣ ਦੇ ਜਾਂਦੇ ਆ, ਇਹ ਫਲਾਨੀ ਮੇਰੀ ਭੈਣ ਆ, ਅਸੀਂ ਇਹਦਾ ਪੂਰਾ ਸਾਥ ਦੇਵਾਂਗੇ, ਅਸੀਂ ਇਦਾਂ ਕਰਾਂਗੇ, ਪਰ ਉਸੇ ਟਾਈਮ ਤੇ ਹੀ ਹੁੰਦਾ, ਮੁੜ ਕੇ ਨਹੀਂ ਕੋਈ ਨਾ ਆਉਂਦਾ ਤਾਂ ਨਾ ਕੋਈ ਜਾਂਦਾ। ਉਦੋਂ ਕਾਰਗਿਲ ਦੇ ਜਿੰਨੇ ਸ਼ਹੀਦ ਵੀਰ ਸੀਗੇ ਉਹਨਾਂ ਸਾਰਿਆਂ ਨੂੰ, ਕਿਸੇ ਦੇ ਪਰਿਵਾਰ ਨੂੰ ਪੈਟਰੋਲ ਪੰਪ ਦਿੰਦੀ ਸੀਗੀ ਸਰਕਾਰ, ਕਿਸੇ ਨੂੰ ਗੈਸ ਏਜੰਸੀ ਦਿੰਦੀ ਸੀਗੀ, ਕੁਝ ਸਰਕਾਰ ਨੇ ਕੀਤਾ ਸੀ ਕੋਈ ਇੱਦਾਂ ਦਾ ਉਪਰਾਲਾ? ਨਾ ਜੀ, ਸਾਡੇ ਲਈ ਕੁਝ ਨਹੀਂ ਕੀਤਾ। ਸਾਨੂੰ ਤਾਂ ਪਹਿਲਾਂ ਆਰਡਰ ਹੋਇਆ ਸੀਗਾ ਪੈਟਰੋਲ ਪੰਪ ਦਾ ਵੀ ਤਾਂ ਗੈਸ ਏਜੰਸੀ ਦਾ ਵੀ। ਚਲੋ ਅਸੀਂ ਗਰੀਬ ਵੀ ਸੀਗੇ, ਸਾਡੇ 'ਚ ਇੰਨੀ ਹਿੰਮਤ ਵੀ ਨਹੀਂ ਸੀ, ਜੇ ਅਸੀਂ ਕਹਿੰਦੇ ਸਾਨੂੰ ਲਾਇਸੈਂਸ ਦੇ ਦਿੰਦੇ, ਅਸੀਂ ਇਸ ਵੇਲੇ ਉਸੇ ਹੀ ਲਾਇਸੈਂਸ ਦੇ ਉੱਤੇ ਕੁਛ ਨਾ ਕੁਛ ਸਾਡੇ ਬੱਚੇ ਬਹਿ ਕੇ ਤੇ ਚਲੋ ਕਾਰੋਬਾਰ ਕਰਦੇ, ਤੇ ਸਭ ਝੂਠੇ ਹੀ ਵਾਅਦੇ ਸੀਗੇ। ਬਾਕੀ ਹੋਰ ਪੈਸਾ ਧੇਲਾ ਮਿਲ ਗਿਆ। ਪ੍ਰਕਾਸ਼ ਸਿੰਘ ਬਾਦਲ ਆਏ ਸੀ ਉਦੋਂ, ਹਾਂਜੀ, ਉਹ ਗੁਰਦੁਆਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਏ ਸੀਗੇ। ਕੀ ਮਦਦ ਕਰਕੇ ਗਏ ਸੀ? 50,000 ਇਹਨੂੰ ਵੋਟੀ ਨੂੰ ਦੇ ਗਏ ਸੀ, 50,000 ਇਹ ਸਾਨੂੰ ਦੇ ਗਏ ਸੀ। ਬਸ ਉਹੀ ਮਦਦ ਕੀਤੀ, ਉਸ ਤੋਂ ਬਾਅਦ ਕੋਈ ਨਹੀਂ। ਹੋਰ ਨਹੀਂ ਕੋਈ ਬੋੜਿਆ। ਫਿਰ ਤਾਂ ਕਾਕਾ ਸਾਡਾ ਡੀਸੀ 'ਚ, ਉਹਦੇ ਬਦੌਲਤ ਕਾਕੇ ਦੀ ਨੌਕਰੀ ਪੰਜਾਬ ਦੀ ਮਿਲਣੀ ਸੀਗੀ। ਇਹ ਡੀਸੀ ਦਫ਼ਤਰ ਨੌਕਰੀ ਕਰਨ ਗਿਆ। ਇਹਦੀ ਪਹਿਲਾਂ ਬਾਦਲ ਸਾਹਿਬ ਨੇ ਚਿੱਠੀ ਦੇ ਦਿੱਤੀ, ਫਿਰ ਬਾਦਲ ਸਾਹਿਬ ਮੁੱਕਰ ਗਏ। ਕਹਿੰਦੇ ਹੁਣ ਸ਼ਹੀਦ ਬਹੁਤ ਮੁੰਡੇ ਹੋਣ ਲੱਗ ਪਏ ਆ, ਹੁਣ ਜਾਂ ਉਹਦਾ ਬੱਚਾ ਲਊਗਾ ਤੇ ਜਾਂ ਉਹਦੀ ਪਤਨੀ ਲਊਗੀ। ਤੇ ਹੁਣ ਗੁੱਡੀ ਸਾਡੀ ਬਹੁਤ ਛੋਟੀ ਸੀ, ਇਹਨੂੰ ਚਿੱਠੀ ਦੇ ਦਿੱਤੀ ਸੀ। 99 ਨੂੰ ਇਹ ਸ਼ਹੀਦ ਹੋਇਆ, 15 ਜੁਲਾਈ 99 ਨੂੰ, ਤੇ 15 ਅਗਸਤ 99 ਚ ਉਹਨੂੰ ਸਾਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਚਿੱਠੀ ਦੇ ਦਿੱਤੀ। ਤੇ ਫਿਰ ਉਹ ਮੁੱਕਰ ਗਿਆ। ਫਿਰ ਬੜੇ ਬੜੇ ਥਾਂ ਜਿੱਥੇ ਉਹਦੇ ਸੰਗਤ ਮੇਲੇ ਹੁੰਦੇ ਸੀ, ਕੁਛ ਵੀ ਉੱਥੇ ਜਾਂਦੇ ਰਹੇ, ਉਹਨ ਪਰ ਸਾਡੀ ਸੁਣੀ ਨਹੀਂ। ਫਿਰ ਅਸੀਂ ਬਹੁਤੇ ਬੰਦਿਆਂ ਦੀ ਸਲਾਹ ਲਈ। ਫਿਰ ਇੱਥੇ ਦਾ ਕਰਨ ਵਾਲਾ ਸੀਗਾ ਮਨਮੋਹਨ ਸਿੰਘ, ਉਹ ਇਸ ਵੇਲੇ ਵਿਚਾਰਾ ਬਿਰਧ ਹੋ ਗਿਆ। ਉਹਨੇ ਫਿਰ ਕਿਹਾ ਵੀ ਹੁਣ ਇਹ ਕੇਸ ਲਾ ਦਿਓ। ਫਿਰ ਅਸੀਂ ਚੰਡੀਗੜ੍ਹ ਕੇਸ ਲਾਇਆ, ਉੱਥੇ ਫਿਰ ਤਰੀਕਾ ਭੁਗਤਣ ਜਾਂਦੇ ਰਹੇ। ਉਹ ਵੀ ਜਿਹੜੀ ਨੌਕਰੀ ਮਿਲਣੀ ਸੀ ਉਹ ਵੀ ਫਿਰ ਕੇਸ ਲੜ ਕੇ ਧੱਕੇ ਖਾ ਕੇ ਲਈ। ਕੇਸ ਲੜ ਕੇ ਚੌਥੇ ਦਰਜੇ ਜੇ ਮੇਰੇ ਪੁੱਤ ਦੀ ਨੌਕਰੀ ਆ, ਉਹ ਵੀ ਸਾਨੂੰ ਕੇਸ ਲੜ ਕੇ ਮਿਲੇ। ਇਹ ਵੀ ਦੱਸਦੇ ਸੀਗੇ ਵੀ ਜਦੋਂ ਇਹਨਾਂ ਦਾ ਭੋਗ ਸੀਗਾ, ਵਰਸੀ ਸੀਗੀ, ਜਦੋਂ ਪਹਿਲੇ ਜਦੋਂ ਅੰਤਿਮ ਅਰਦਾਸ ਸੀਗੀ, ਉਸ ਦਿਨ ਕੀਰਤਨ ਇਹਨਾਂ ਦੇ ਫਾਦਰ ਸਾਹਿਬ ਨੇ ਕੀਤਾ। ਹਾਂਜੀ, ਉਦਣ ਇਹਦੇ ਚਾਚਾ ਜੀ ਨੇ, ਇਹਦੇ ਪਿਤਾ ਜੀ ਨੇ ਤੇ ਇਹਨਾਂ ਨੇ ਸਾਰਿਆਂ ਰਲ ਕੇ ਕੀਰਤਨ ਉਦੋਂ ਤੋਂ ਹੀ ਕਰਦੇ ਸੀ। ਜਿੱਦਣ ਦੀ ਦਲਜੀਤ ਸਿੰਘ ਦੀ ਡੈੱਡ ਬੋਡੀ ਆ ਗਈ ਸੀ ਨਾ, ਇਹ ਜਥਿਆਂ ਦੇ ਨਾਲ ਉਦੋਂ ਵੀ ਕੀਰਤਨ ਹੀ ਕਰਦੇ ਸੀਗੇ। ਤੇ ਫਿਰ ਇਹ ਮਗਰਾਣੀ ਢਿੱਲੇ ਹੋ ਗਏ ਜਦੋਂ ਸਾਰਾ ਕੁਝ ਹੋ ਗਿਆ। ਵਾਲੇ ਦਿਨ ਵੀ ਉਹਨਾਂ ਨੇ ਆਪ ਕੀਰਤਨ? ਹਾਂਜੀ, ਭੋਗ ਵਾਲੇ ਦਿਨ ਵੀ ਕੀਤਾ। ਬੜਾ ਜਿਗਰਾ ਸੀਗਾ। ਬਹੁਤ ਬਹੁਤ ਵੱਡੀ ਗੱਲ ਹੈ, ਬੜੀ ਮਾਇਨੇ ਰਖਾਉਂਦੀ ਹੈ ਇਹ ਗੱਲ। ਜਿਸ ਦਿਨ ਬੰਦਾ ਟੁੱਟਿਆ ਸੀਗੇ ਵੀ ਡੋਲਣਾ ਨਹੀਂ, ਆਪਣੇ ਦਲਜੀਤ ਸਿੰਘ ਨੇ ਸ਼ਹੀਦੀ ਪਾਈ ਆ। ਹੁਣ ਤਾਂ ਆਪ ਵੀ ਉਹ ਸਮਝ ਲਓ ਵੀ ਮਾੜਾ ਮੋਟਾ ਨਹਾ ਧੋ ਲੈਂਦੇ, ਇੰਨਾ ਕਈ ਆ। ਹੁਣ ਤਾਂ ਆਪ ਵੀ ਉਹਨਾਂ ਦਾ ਸਰੀਰ ਰਹਿ ਗਿਆ। ਗਮ ਤਾਂ ਗਮੇ ਹੀ ਹੁੰਦਾ ਨਾ ਰਾਜੀ ਰਹਿਣ ਇਹ ਬੇਟੇ, ਮਾਵਾਂ ਨੂੰ ਤਾਂ ਭੁੱਖ ਹਰ ਇੱਕ ਦੀ ਆ ਨਾ, ਹੈਨਾ। ਤੇ ਫਿਰ ਉਸ ਤੋਂ ਬਾਅਦ ਬਸ ਇਹਨਾਂ ਨੇ ਕੀਰਤਨ ਕੀਤਾ, ਸਾਰਾ ਕੁਝ ਕੀਤਾ। ਫਿਰ ਇਹ ਥੋੜ੍ਹੇ ਦਿਨ ਨਾ ਉਹਦਾ ਜਿਹੜਾ ਸਮਾਨ ਆਇਆ ਸੀਗਾ, ਸਮਾਨ ਤਾਂ ਬਾਅਦ 'ਚ ਆਇਆ, ਜਿਹੜਾ ਉਦੋਂ ਕੋਈ ਹੋਊਗਾ ਉਹਨੂੰ ਦੇਖ ਕੇ ਇਹ ਢਿੱਲੇ ਹੋ ਗਏ। ਫਿਰ ਇਹਨੂੰ MH ਲੈ ਗਏ। ਇਹ ਫਿਰ ਗੁੰਮ ਜਿਹਾ ਹੋ ਗਏ। ਫਿਰ ਉਹਨਾਂ ਨੇ MH ਵਾਲਿਆਂ ਨੇ ਕਿਹਾ ਇਹਨਾਂ ਦਾ ਬਚਾਅ ਹੁਣ ਇੱਦਾਂ, ਇਹਨਾਂ ਨੂੰ ਵੱਖਰੇ ਕਰ ਦਿਓ ਕਿਸੇ ਕਮਰੇ ਦੇ ਵਿੱਚ, ਇਹਨਾਂ ਦੇ ਕੋਈ ਆਏ ਗਏ ਮੱਥੇ ਨਾ ਲੱਗਣ ਦਿਓ। ਫਿਰ ਉਹਨਾਂ ਨੇ ਸਾਡੇ ਕਿਸੇ ਦੇ ਘਰ ਅਸੀਂ ਕੂਲਰ ਲਾ ਕੇ ਤੇ ਫਿਰ ਉੱਥੇ ਰੱਖਿਆ ਇਹਨਾਂ ਨੂੰ। ਤੇ ਫਿਰ ਆਲੇ ਦੁਆਲੇ ਇਹਨਾਂ ਨੂੰ ਕਹਿਣਾ ਭੈਣ ਜੀ ਤੁਸੀਂ ਜਿੰਨਾ ਵੀ ਹੋ ਸਕਦਾ ਰਵਾਓ ਉਹਨਾਂ ਨੂੰ, ਪਰ ਉਹ ਰੋਏ ਹੀ ਨਹੀਂ। ਅੱਜ ਜਦੋਂ 23 ਸਾਲ ਹੋ ਗਏ ਨੇ, ਹਰ ਸਾਲ ਇਹ ਦਿਨ ਆਉਂਦਾ ਹੈ, ਲੋਕ ਸਨਮਾਨ ਵੀ ਕਰਦੇ ਨੇ। ਬਹੁਤ ਸਾਰੀ ਸੰਸਥਾਵਾਂ ਇੱਦਾਂ ਦੀਆਂ ਹੈਗੀਆਂ ਨੇ ਜੋ ਸਨਮਾਨ ਕਰਦੀਆਂ ਨੇ, ਪਰ ਅੱਜ ਜਦੋਂ ਇਹ ਦਿਨ ਆਉਂਦਾ, ਪੁੱਤ ਦੀ ਤਸਵੀਰ ਤਾਂ ਹਰ ਸਮੇਂ ਕੋਲ ਹੈ, ਦਿਲ ਦੇ ਵਿੱਚ ਹੈ। ਉਹ ਵੇਲਾ ਯਾਦ ਆਉਂਦਾ ਹੋਊਗਾ, ਪੁੱਤ ਤੇ ਮਾਣ ਵੀ। ਅਸੀਂ ਆਪ ਉਹਦੀ ਸ਼ਹੀਦੀ ਵਾਲਾ ਦਿਨ ਮਨਾਉਂਦੇ ਆ, ਹਰ ਸਾਲ ਅਸੀਂ ਬਰਸੀ ਉਹਦੀ ਮਨਾਉਂਦੇ ਆ। ਅਸੀਂ ਇਕੱਠ ਕਰਦੇ ਆ, ਲੰਗਰ ਲਾਉਂਦੇ ਆ ਗੁਰਦੁਆਰਾ ਸਾਹਿਬ ਜਾ ਕੇ। ਜੋ ਅੱਗੇ ਅਖੰਡ ਪਾਠ ਸਾਹਿਬ ਕਰਾਈਦਾ ਸੀ, ਹੁਣ ਬੱਚੇ ਕੰਮ ਧੰਦੇ ਵਾਲੇ, ਹੁਣ ਅਸੀਂ ਸੁਖਮਨੀ ਸਾਹਿਬ ਕਰਾ ਲਈਦਾ। ਰਿਸ਼ਤੇਦਾਰ ਸੱਦੀ ਦੇ ਆ, ਕਦੀ ਕੀਰਤਨ ਜਥੇ ਵੀ ਬਾਹਰ ਮੰਗਾ ਲਈਦਾ ਆ। ਤੇ ਇੱਦਾਂ ਅਸੀਂ ਉਹਦਾ ਦਿਨ ਆਮ ਮਨਾਉਂਦੇ ਆ। ਮਾਣ ਹੁੰਦਾ ਫਿਰ ਪੁੱਤ ਦਾ ਵੀ ਦੇਸ਼ ਦੀ ਖਾਤਰ। ਤੁਸੀਂ ਦੱਸਦੇ ਕਿ ਬਹੁਤ ਦਲੇਰ ਸੀ, ਸੂਰਮਾ ਸੀ। ਬਹੁਤ ਜ਼ਿਆਦਾ ਉਹ ਤਾਂ 10 ਬੰਦਿਆਂ ਨੂੰ ਇਕੱਠੇ ਕਰ ਲੈਂਦਾ ਸੀ। ਜੇ ਇੱਧਰ ਆਇਆ ਇੱਧਰ, ਜੇ ਗੁਰਦੁਆਰੇ ਗਿਆ ਗੁਰਦੁਆਰੇ, ਕਿਸੇ ਨੂੰ ਇੱਦਾਂ ਗੁੰਮ ਸੁੰਮ ਨਹੀਂ ਸੀ ਬਹਿਣ ਦਿੰਦਾ। ਗੁਰਦੁਆਰਾ ਸਾਹਿਬ 'ਚ ਹੀ ਸੇਵਾ ਨਿਭਾ ਰਿਹਾ ਪਰਿਵਾਰ ਸ਼ੁਰੂ ਤੋਂ?
ਹਾਂਜੀ ਅਸੀਂ ਜੀ 32 ਸਾਲ ਗੁਰਦੁਆਰਾ ਸਾਹਿਬ ਸੇਵਾ ਕੀਤੀ ਆ। ਪਹਿਲਾਂ ਇਹਨਾਂ ਦੇ ਪਿਤਾ ਜੀ ਵੀ ਗੁਰਦੁਆਰਾ ਸਾਹਿਬ ਹੀ ਸੇਵਾ ਕਰਦੇ ਸੀ, ਉਹਨਾਂ ਨੇ 43 ਸਾਲ ਕੀਤੀ ਆ। ਫਿਰ ਉਸ ਤੋਂ ਬਾਅਦ ਫਿਰ ਚਲੋ ਬੱਚੇ ਵੱਖਰੇ ਵੱਖਰੇ ਹੁੰਦੇ ਹੀ ਆ, ਡਿਊਟੀਆਂ ਮਿਲ ਗਈਆਂ, ਫਿਰ ਸਭ ਨੇ ਆਪਣੀਆਂ ਆਪਣੀਆਂ ਡਿਊਟੀਆਂ ਲੈ ਲਈਆਂ। ਉਹ ਆਖਰੀ ਵਾਰ ਦਾ ਜਿਹੜਾ ਹੱਥ ਹਿਲਾ ਕੇ ਜਾਂਦੇ ਸੀ ਦਲਜੀਤ ਸਿੰਘ ਟ੍ਰੇਨ ਦੇ ਵਿੱਚ ਤੁਹਾਨੂੰ ਮਿਲ ਕੇ ਜਾਂਦੇ ਨੇ, ਉਹ ਅੱਜ ਵੀ ਉਸੇ ਤਰੀਕੇ ਨਾਲ ਤਸਵੀਰ ਸੀਨ ਪੂਰਾ ਅੱਖਾਂ 'ਚ ਆਉਂਦਾ? ਹਾਂਜੀ ਆਉਂਦਾ ਜੀ। ਦਲਜੀਤ ਸਿੰਘ ਜਦੋਂ ਘਰੋਂ ਗਏ ਆ ਤੇ ਮੈਂ ਕੋਠੇ ਤੇ ਕੱਪੜੇ ਪਾਉਂਦੀ ਸੀ ਤੇ ਮੁੜ ਕੇ ਥੱਲੇ ਆਈ ਆ ਤਾਂ ਕਹਿੰਦਾ ਪਹਿਲਾਂ ਜਾਣ ਦੀ ਨਹੀਂ ਸੀ, ਮੁੰਡੇ ਨਾਲ ਦੇ ਗੁਆਂਢੀਆਂ ਨੂੰ ਪੁੱਛਿਆ, ਉਹ ਕਹਿੰਦਾ ਬਰਫ਼ ਪੈਂਦੀ ਹੈ 2 ਦਿਨ ਬਾਅਦ ਵੀ ਚੱਲ ਜਾਵਾਂਗੇ। ਇਹ ਪਤਾ ਨਹੀਂ ਆਪਣੀ ਮੀਆਂ ਬੀਬੀ ਦੀ ਕੀ ਗੱਲ ਹੋਈ ਤਾਂ ਮੈਨੂੰ ਆਉਂਦੇ ਨੂੰ ਵਸਤਰਾ ਕੱਢ ਕੇ ਬਾਹਰ ਖੜਾ ਸੀ ਤੇ ਫਿਰ ਮੈਨੂੰ ਕਹਿੰਦਾ ਤੇਰਾ ਪੁੱਤ ਪਰਦੇਸੀ ਚੱਲਿਆ। ਫਿਰ ਮੇਰੇ ਪੈਰੀਂ ਹੱਥ ਲਾਇਆ ਚਲੇ ਗਿਆ। ਫਿਰ ਮੈਂ ਉਹਦੇ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਤੂੰ ਇਦਾਂ ਕਰ ਮੇਰਾ ਸੂਟ ਕੱਢ, ਮੈਂ ਦੇਖਣ ਜਾਣਾ। ਪਹਿਲੇ ਦਿਨ ਮੁੜਿਆ ਵੀ ਅੱਜ ਜੰਮੂ ਤਵੀ ਨਹੀਂ ਆਈ, ਦੂਏ ਦਿਨ ਫਿਰ ਆਪ ਛੱਡ ਕੇ ਆਏ, ਗੱਡੀ ਚੜਾ ਕੇ ਆਏ ਆ। ਮੈਂ ਕਿਹਾ ਪੁੱਤਾ ਜੰਮੂ ਤਵੀ ਆ ਗਈ ਹੈ। ਫਿਰ ਅੱਧਾ ਧਾੜਾ ਇਦਾਂ ਲਮਕਾਉਂਦਾ ਮੇਰੇ ਨਾਲ ਇੱਦਾਂ ਕਰਦਾ ਚਲੇ ਗਿਆ ਬਸ। ਇਹ ਸੀਗੇ ਉਸ ਸੂਰਮੇ ਦੇ ਮਾਤਾ ਜਿਸ ਦੀ ਕੁੱਖੋਂ ਇੱਕ ਸੂਰਬੀਰ ਨੇ ਜਨਮ ਲਿਆ ਸੀ, ਜਿਸ ਨੇ ਦੇਸ਼ ਦੀ ਖਾਤਰ, ਦੇਸ਼ ਦੇ ਲੋਕਾਂ ਦੀ ਖਾਤਰ ਸ਼ਹਾਦਤ ਦਾ ਜਾਮ ਹੱਸ ਕੇ ਪੀਤਾ। ਪਰ ਅੱਜ ਬੜੀ ਦੁਖਾਂਤ ਹੈ, ਬੜੀ ਤਰਾਸਦੀ ਹੈ ਕਿ ਉਹ ਵੱਡੇ ਲੀਡਰ ਜਿਨ੍ਹਾਂ ਦੇ ਕੋਲ ਸੱਤਾ ਸੀ, ਜਿਨ੍ਹਾਂ ਦੇ ਕੋਲ ਪਾਵਰ ਸੀ, ਜਿਨ੍ਹਾਂ ਨੇ ਘਰ ਆ ਕੇ ਵਾਅਦੇ ਕੀਤੇ, ਫੋਟੋਆਂ ਖਿਚਵਾਈਆਂ, ਪਰ ਵਾਅਦੇ ਤੋਂ ਮੁੱਕਰ ਗਏ। ਅੱਜ ਇਹ ਪਰਿਵਾਰ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ। ਔਰ ਬੜੀ ਇੱਕ ਖੂਬਸੂਰਤ ਗੱਲ ਹੈ ਇਸ ਪਹਿਲੂ ਦੀ, ਉਹ ਬੱਚੀ ਜਿਹੜੀ ਮੈਂ 1.5 ਸਾਲ ਦੀ ਉਮਰ ਸੀ ਜਦੋਂ ਬਾਪ ਦੇਸ਼ ਦੀ ਖਾਤਰ ਸ਼ਹਾਦਤ ਦਾ ਜਾਮ ਪੀਂਦਾ, ਔਰ ਉਹ ਅੱਜ ਬੱਚੀ ਪੜ੍ਹ ਲਿਖ ਕੇ ਚੰਗੇ ਸੰਸਕਾਰਾਂ ਦੇ ਨਾਲ ਅੱਜ ਕੈਨੇਡਾ ਪਹੁੰਚੀ ਹੈ। ਉੱਥੇ ਜਾ ਕੇ ਪੜ੍ਹਾਈ ਕਰ ਰਹੀ ਹੈ, ਮਿਹਨਤ ਕਰ ਰਹੀ ਹੈ ਆਪਣੇ। ਅੱਛਾ, ਬੈਂਕ ਦੇ ਵਿੱਚ ਨੌਕਰੀ ਮਿਲੀ? ਹਾਂਜੀ, ਉਹਨੂੰ ਬੈਂਕ ਦੀ ਨੌਕਰੀ ਮਿਲ ਗਈ ਹੈ। ਇਹ ਬੜੀ ਚੰਗੀ ਗੱਲ ਹੈ। ਚੰਗੇ ਸੰਸਕਾਰ, ਚੰਗੇ ਇੱਕ ਬਾਪ ਦੀ ਧੀ, ਚੰਗੀ ਮਾਂ ਦੀ। ਹਾਂਜੀ ਉਹਨੂੰ ਹੋ ਗਏ 2-3 ਮਹੀਨੇ ਤੇ ਉਹਨੂੰ ਬੈਂਕ ਦੀ ਜੌਬ ਮਿਲ ਗਈ ਉਹਦਾ। ਇਹ ਵੀ ਬੜੀ ਬਹੁਤ ਚੰਗੀ ਗੱਲ ਹੈ। ਦੇਖੋ ਜੇ ਚੰਗੀ ਨੌਕਰੀ ਦੇਵਾਂਗੇ ਤੇ ਪਰ ਉਹਦਾ ਮਨ ਨਹੀਂ ਸੀ ਮੰਨਦਾ। ਕਹਿੰਦਾ ਮੈਂ ਕਹਿੰਦੀ ਪਹਾੜਾਂ 'ਚ ਮੈਂ ਨਹੀਂ ਜਾਣਾ, ਜਿੱਥੇ ਜੂੰਟ ਜਾਊਗੀ। ਫਿਰ ਕਲਰਕ ਦੀ ਵੀ ਮਿਲੀ, ਕੁਛ ਵੀ ਲਿਖਣ ਪੜ੍ਹਨ ਦਾ ਉੱਥੇ ਕਰਨਾ ਤਾਂ ਪੈਣਾ ਹੀ ਆ। ਤੇ ਉਹਦੀ ਫਿਰ ਰੂਹ ਇੱਧਰ ਨੂੰ ਹੀ ਸੀਗੀ। ਫਿਰ ਅਸੀਂ ਪੜ੍ਹਾ ਲਿਖਾ ਕੇ ਫਿਰ ਇੱਕ ਵਾਰੀ ਰਮਿੰਦਰ ਸਿੰਘ ਆਇਆ ਕੈਪਟਨ ਇੱਥੇ 15 ਅਗਸਤ 99 ਨੂੰ ਮਨਾਉਣ, ਤੇ ਰੱਖੜੀ ਵਾਲਾ ਦਿਨ ਸੀਗਾ ਤੇ ਉਹਨਾਂ ਨੇ ਸੋਲਜਰ ਬੋਰਡ ਵਾਲਿਆਂ ਨੇ ਕਿਹਾ ਵੀ ਇਹਨੂੰ ਤਿਆਰ ਕਰਕੇ ਮਨਪ੍ਰੀਤ ਨੂੰ ਭੇਜੋ। ਅਸੀਂ ਉਹਨਾਂ ਨੂੰ ਵੀ ਉਦੋਂ ਦੱਸਿਆ ਕਿ ਮਨਪ੍ਰੀਤ ਕੌਰ ਕੈਨੇਡਾ ਚਲੇ ਗਈ ਹੈ। ਉਹਨਾਂ ਨੂੰ ਫੇਰ ਪਤਾ ਲੱਗਾ। ਤਾਂ ਬਿਲਕੁਲ ਇਹ ਚੰਗੀ ਗੱਲ ਹੈ। ਚਲੋ ਇੱਕ ਭਵਿੱਖ ਉਸ ਬੱਚੀ ਦਾ ਬਣਿਆ, ਪਰਿਵਾਰ ਦਾ। ਹਾਲਾਂਕਿ ਬੜੀ ਮਿਹਨਤ ਕੀਤੀ ਅੱਜ ਤੱਕ, ਸਰਕਾਰਾਂ ਨੇ ਸਾਰ ਨਹੀਂ ਲਈ, ਪਰ ਦੁਖਾਂਤ ਹੈ। ਸਰਕਾਰਾਂ ਨੂੰ ਚਾਹੀਦਾ ਜਿਹੜੇ ਸਾਡੇ ਉਹ ਸੂਰਮੇ ਜਿਨ੍ਹਾਂ ਨੇ ਪਰਿਵਾਰਾਂ ਦੀ ਪਰਵਾਹ ਕੀਤੇ ਬਿਨਾਂ ਸਾਡੀ ਖਾਤਰ, ਸਾਡੇ ਦੇਸ਼ ਦੀ ਖਾਤਰ, ਤਿਰੰਗੇ ਦੀ ਖਾਤਰ ਜਾਨਾਂ ਵਾਰੀਆਂ, ਅੱਜ ਉਹਨਾਂ ਦੇ ਪਰਿਵਾਰਾਂ ਦੀ ਵੀ ਸਾਰ ਲਈਏ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਰਾਮਾ ਮੰਡੀ।